ਚੈਨਲ ਰਿਤੇਸ਼ ਲੱਖੀ ਅਨਪਲੱਗਡ। ਅੱਜ ਦੇ ਇਸ ਵੀਡੀਓ ਦੇ ਵਿੱਚ ਮੈਂ ਆਪਣੀ ਉਸ ਸੀਰੀਜ਼ ਨੂੰ ਕਨਕਲੂਡ ਕਰਾਂਗਾ ਜਿਸ ਦੇ ਤਹਿਤ ਕੀ ਗੱਲਬਾਤ ਹੋ ਰਹੀ ਹੈ ਸਾਕਾ ਨੀਲਾ ਤਾਰਾ ਦੀ। ਭਾਰਤੀ ਫੌਜ ਵੱਲੋਂ ਆਪਰੇਸ਼ਨ ਬਲੂ ਸਟਾਰ ਦਾ ਉਹ ਆਪਰੇਸ਼ਨ ਜੋ ਕਿ 3 ਜੂਨ ਤੋਂ ਲੈ ਕੇ 8 ਜੂਨ ਤੱਕ, ਕਈ ਲੋਕ ਇਸ ਨੂੰ 1 ਜੂਨ ਤੋਂ ਲੈ ਕੇ 10 ਜੂਨ ਤੱਕ ਵੀ ਮੰਨਦੇ ਨੇ, ਲੇਕਿਨ ਆਰਮੀ ਦਾ ਜਿਹੜਾ ਆਪਰੇਸ਼ਨ ਸੀ ਉਹ 3 ਜੂਨ ਤੋਂ ਲੈ ਕੇ 8 ਜੂਨ ਤੱਕ ਚੱਲਿਆ। ਸਿੱਖ ਸਾਈਕੀ ਦੇ ਵਿੱਚ ਇਸ ਆਪਰੇਸ਼ਨ ਨੇ ਬਹੁਤ ਗਹਿਰਾ ਜਿਹੜਾ ਹੈ ਜ਼ਖਮ ਹੈ ਉਸ ਨੂੰ ਛੱਡਿਆ ਹੈ ਜੋ ਕਿ ਅੱਜ ਤੱਕ ਭਰਿਆ ਨਹੀਂ ਜਾ ਸਕਿਆ ਹੈ। ਲੇਕਿਨ ਅੱਜ ਦੀ ਇਸ ਰਿਪੋਰਟ ਦੇ ਵਿੱਚ ਮੈਂ ਗੱਲ ਕਰਾਂਗਾ ਉਸ ਫੌਜੀ ਆਪਰੇਸ਼ਨ ਬਾਰੇ, ਉਹ ਮਿਲਟਰੀ ਆਪਰੇਸ਼ਨ ਜੋ ਕਿ 3 ਜੂਨ ਨੂੰ ਸ਼ੁਰੂ ਹੁੰਦਾ ਹੈ। ਅਸੀਂ 1978 ਦੇ ਨਿਰੰਕਾਰੀ ਕਾਂਡ ਤੋਂ ਬਾਅਦ 1983 ਤੇ 84 ਦੇ ਘਟਨਾਕ੍ਰਮ ਤੇ ਉਸ ਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਉਹਨਾਂ ਦੇ ਉਭਾਰ ਉੱਤੇ ਬਹੁਤ ਹੀ ਵੇਰਵੇ ਦੇ ਨਾਲ ਕਈ ਘਟਨਾਵਾਂ ਦੀ ਰੋਸ਼ਨੀ ਦੇ ਵਿੱਚ ਉਹਨਾਂ ਦੇ ਕਿਰਦਾਰ ਨੂੰ ਵੀ ਉਜਾਗਰ ਕੀਤਾ ਹੈ ਤੇ ਪੂਰੀ ਸਥਿਤੀ ਕਿਵੇਂ ਬਣ ਰਹੀ ਸੀ ਉਸ ਉੱਤੇ ਵੀ ਗੱਲਬਾਤ ਕੀਤੀ ਹੈ। ਕਈ ਵੀਡੀਓਜ਼ ਇਸ ਲੜੀ ਵਿੱਚ ਆ ਚੁੱਕੇ ਨੇ, ਲੇਕਿਨ ਅੱਜ ਦਾ ਇਹ ਵੀਡੀਓ ਸਿਰਫ ਫੌਜੀ ਕਾਰਵਾਈ ਉੱਤੇ ਹੀ ਕੇਂਦਰਿਤ ਰਹਿਣ ਵਾਲਾ ਹੈ ਤੇ ਅਸੀਂ ਗੱਲ ਕਰਾਂਗੇ ਆਪਰੇਸ਼ਨ ਬਲੂ ਸਟਾਰ। ਕਿ ਆਪਰੇਸ਼ਨ ਬਲੂ ਸਟਾਰ ਦੇ ਨਾਲ ਕੋਈ ਹੋਰ ਵੀ ਅਲਾਈਡ ਛੋਟੇ ਆਪਰੇਸ਼ਨ ਸਨ ਜੋ ਕਿ ਭਾਰਤੀ ਫੌਜ ਵੱਲੋਂ ਚਲਾਏ ਗਏ। ਆਪਰੇਸ਼ਨ ਸਨਡਾਊਨ ਕੀ ਸੀ, ਕਿਉਂ ਉਸ ਨੂੰ ਆਖਰੀ ਮੋਮੈਂਟ ਤੇ ਸਕ੍ਰੈਪ ਕਰਤਾ ਗਿਆ ਸੀ ਤੇ ਇਸ ਦੇ ਨਾਲ ਹੀ ਆਪਰੇਸ਼ਨ ਬਲੂ ਸਟਾਰ ਉਸ ਲੜਾਈ ਵਿੱਚ ਭਾਰਤੀ ਫੌਜ ਦੇ ਕਿਹੜੇ ਸਤਹੀ ਲੈਵਲ ਦੇ ਅਫਸਰ ਕੰਮ ਕਰ ਰਹੇ ਸਨ ਤੇ ਕਿੰਨਾ ਕੁ ਨੁਕਸਾਨ ਭਾਰਤੀ ਫੌਜ ਨੂੰ ਇਸ ਪੂਰੀ ਕਾਰਵਾਈ ਦੇ ਵਿੱਚ ਹੋਇਆ। ਇਹ ਸਾਰੀ ਗੱਲਾਂ ਬਾਤਾਂ ਕਰਾਂਗੇ ਤੇ ਇਸ ਦੇ ਨਾਲ ਹੀ ਜਾਂਦੇ ਜਾਂਦੇ ਗੱਲ ਇਹ ਵੀ ਜ਼ਰੂਰ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਜਿੰਨੀਆਂ ਕੈਜੁਅਲਟੀ ਹੋਈਆਂ ਜਾਂ ਜਿੰਨੇ ਲੋਕ ਉਸ ਪਰਿਸਰ ਦੇ ਵਿੱਚੋਂ 1984 ਦੇ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਫੜੇ ਗਏ, ਉਹਨਾਂ ਨੇ ਇਨਸਾਫ ਦੀ ਲੜਾਈਆਂ ਕਿੱਥੋਂ ਤੱਕ ਲੜੀਆਂ ਤੇ ਕੀ ਉਹਨਾਂ ਨੂੰ ਅਦਾਲਤਾਂ ਵੱਲੋਂ ਕੋਈ ਮੁਆਵਜ਼ੇ ਦਿੱਤੇ ਗਏ ਜਾਂ ਨਹੀਂ ਦਿੱਤੇ ਗਏ। ਸੋ ਬਹੁਤ ਸੀ ਗੱਲਾਂ ਬਾਤਾਂ ਨੇ ਜੋ ਕਿ ਅੱਜ ਦੇ ਇਸ ਵੀਡੀਓ ਵਿੱਚ ਕਰਨੀਆਂ ਨੇ, ਲੇਕਿਨ ਬਹੁਤ ਘੱਟ ਸਮੇਂ ਦੇ ਵਿੱਚ ਅੱਜ ਕੋਸ਼ਿਸ਼ ਕਰਾਂਗੇ ਵੀ ਉਸ ਪੂਰੀ ਫੌਜੀ ਕਾਰਵਾਈ ਨੂੰ ਸਮ ਅਪ ਕਰੀਏ ਜਾਂ ਸਮਝੇ ਕਿ ਆਖਿਰ ਪੂਰਾ ਘਟਨਾਕ੍ਰਮ ਵਾਪਰਿਆ ਕਿਵੇਂ ਸੀ। ਸਾਲ 1983 ਦੇ ਮਹੀਨੇ ਨਵੰਬਰ ਤੇ ਦਸੰਬਰ ਦੇ ਦੌਰਾਨ ਹੀ ਇੱਕ ਜਿਹੜੀ ਵੱਡੇ ਪੱਧਰ ਦੀ ਮੋਰਚਾਬੰਦੀ ਸੀ ਉਹ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਹੋ ਚੁੱਕੀ ਸੀ। ਬਹੁਤ ਸੀ ਐਸੀ ਖਾੜਕੂ ਜਥੇਬੰਦੀਆਂ ਸਨ ਜਿਨ੍ਹਾਂ ਨੇ ਕਿ ਅਲੱਗ-ਅਲੱਗ ਆਪਣੇ ਪੱਧਰ ਉੱਤੇ ਬਹੁਤ ਵੱਡੇ ਪੱਧਰ ਦੇ ਜਿਹੜੇ ਹਥਿਆਰਾਂ ਦੇ ਜ਼ਖੀਰੇ ਸਨ ਉਹਨਾਂ ਨੂੰ ਦਰਬਾਰ ਸਾਹਿਬ ਦੇ ਕੰਪਲੈਕਸ ਦੇ ਵਿੱਚ ਲਿਆ ਕੇ ਆਪਣੇ ਮੋਰਚੇ ਸਥਾਪਿਤ ਕਰ ਲਏ ਸਨ। ਇਸ ਚੀਜ਼ ਦੀ ਲਗਾਤਾਰ ਜਿਹੜੀ ਸੂਚਨਾ ਇੰਟੈਲੀਜੈਂਸ ਦੀ ਇਨਪੁਟ ਸਨ ਉਹ ਭਾਰਤ ਸਰਕਾਰ ਨੂੰ ਵੀ ਮਿਲ ਰਹੀਆਂ ਸਨ ਤੇ ਉਸ ਵਕਤ ਜਦੋਂ ਨਵੰਬਰ ਤੇ ਦਸੰਬਰ ਦੇ ਵਿੱਚ ਪਾਰਲੀਮੈਂਟ ਦਾ ਇੱਕ ਸੈਸ਼ਨ ਹੁੰਦਾ ਹੈ ਉਸ ਦੇ ਵਿੱਚ ਜਿਹੜੇ ਗ੍ਰਹਿ ਮੰਤਰੀ ਹੁੰਦੇ ਨੇ ਪੀਸੀ ਸੇਠੀ, ਉਹਨਾਂ ਵੱਲੋਂ ਇੱਕ ਬਹੁਤ ਹੀ ਡਿਟੇਲਡ ਰਿਪੋਰਟ ਰੱਖੀ ਗਈ ਜਿਸ ਵਿੱਚ ਕਿ 45 ਅਲੱਗ-ਅਲੱਗ ਜਿਹੜੇ ਖਤਰਨਾਕ ਖਾੜਕੂ ਉਸ ਵਕਤ ਮੌਜੂਦ ਸਨ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ। ਇੱਕ ਤਾਂ ਉਹਨਾਂ ਦੀ ਸੂਚੀ ਰੱਖੀ ਗਈ ਤੇ ਇਸ ਦੇ ਨਾਲ ਹੀ ਇੰਟੈਲੀਜੈਂਸ ਇਨਪੁਟਸ ਦੀ ਉਹ ਸਾਰੀ ਗੱਲਬਾਤ ਵੀ ਦੱਸੀ ਗਈ ਕਿ ਕਿਸ ਤਰੀਕੇ ਨਾਲ ਇਹ ਮੋਰਚਾਬੰਦੀ ਹੋ ਰਹੀ ਹੈ। ਇੱਕ ਮਾਹੌਲ ਵੀ ਕੇਂਦਰ ਸਰਕਾਰ ਵੱਲੋਂ ਤਿਆਰ ਕੀਤਾ ਜਾ ਰਿਹਾ ਸੀ। ਇੱਕ ਸਰਬ ਪਾਰਟੀ ਪੱਧਰ ਤੇ ਉੱਤੇ ਇੱਕ ਆਮ ਰਾਏ ਬਣੇ, ਇੱਕ ਕੰਸੈਂਸਸ ਬਣੇ ਦੇਸ਼ ਭਰ ਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਉਹਨਾਂ ਨੂੰ ਗ੍ਰਿਫਤਾਰ ਕਰਨਾ ਜਾਂ ਫਿਰ ਉਹਨਾਂ ਦੇ ਖਿਲਾਫ ਕੋਈ ਵੀ ਜਿਹੜੀ ਕਾਰਵਾਈ ਹੋਣੀ ਸੀ ਉਸ ਦੇ ਲਈ ਇੱਕ ਮਾਹੌਲ, ਸਿਆਸੀ ਮਾਹੌਲ ਜਿਹੜਾ ਹੈ ਉਸ ਨੂੰ ਤਿਆਰ ਕਰਨ ਦੀ ਕਵਾਇਦ ਦੇ ਰੂਪ ਵਿੱਚ ਹੀ ਇਸ ਪੂਰੀ ਗਤੀਵਿਧੀ ਨੂੰ ਦੇਖਿਆ ਗਿਆ। ਲੇਕਿਨ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਕੀ ਹੋ ਰਿਹਾ ਸੀ, ਉੱਥੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਆਪਣੇ ਸਮਰਥਕਾਂ ਦੇ ਨਾਲ, ਭਿੰਡਰਾਂਵਾਲਾ ਉਹਨਾਂ ਦੇ ਆਪਣੇ ਜਿਹੜੇ ਖਾੜਕੂ ਸਨ ਉਹਨਾਂ ਦੇ ਨਾਲ ਤਿਆਰ ਬਰ ਤਿਆਰ ਸਨ। ਹਾਲਾਂਕਿ ਉਹਨਾਂ ਦਾ ਜਿਹੜਾ ਰੁਖ ਸੀ ਉਹ ਅਜੇ ਵੀ ਗੱਲਬਾਤ ਦੇ ਮੋੜ ਦੇ ਵਿੱਚ ਕਾਫੀ ਹੱਦ ਤੱਕ ਸੀ ਕਿਉਂਕਿ ਸਮਝਿਆ ਜਾਂਦਾ ਵੀ ਬਹੁਤ ਸੇ ਐਸੇ ਫੀਲਰ ਆਖਿਰ ਦੇ ਕੁਝ ਮਹੀਨਿਆਂ ਦੇ ਵਿੱਚ ਵੀ ਸੰਤ ਭਿੰਡਰਾਂਵਾਲਾ ਵੱਲੋਂ ਭੇਜੇ ਗਏ ਜਾਂ ਇਸ ਕਿਸਮ ਦੀ ਗੱਲਬਾਤ ਦੀ ਗੁੰਜਾਇਸ਼ ਤੋਂ ਉਹਨਾਂ ਨੇ ਇਨਕਾਰ ਨਹੀਂ ਸੀ ਕੀਤਾ। ਅਖੀਰ ਤੱਕ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਨੂੰ ਕਿਤੇ ਨਾ ਕਿਤੇ ਲੱਗਦਾ ਰਿਹਾ ਵੀ ਫੌਜੀ ਹਮਲਾ ਕਿਸੇ ਵੀ ਸੂਰਤ ਵਿੱਚ ਨਹੀਂ ਹੋਏਗਾ, ਲੇਕਿਨ ਉਹਨਾਂ ਦੀ ਇਹ ਕੈਲਕੂਲੇਸ਼ਨ ਗਲਤ ਸੀ। ਲੇਕਿਨ ਜਿਹੜੀ ਜਥੇਬੰਦੀਆਂ ਸਕਰੀਏ ਸਨ, ਜਿਵੇਂ ਮੈਂ ਕਿ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਜ਼ਿਕਰ ਕਰ ਚੁੱਕਾ ਹੈ, ਇਸ ਤੋਂ ਇਲਾਵਾ ਭਿੰਡਰਾਂਵਾਲੇ ਉਹਨਾਂ ਦੇ ਆਪਣੇ ਜਿਹੜੇ ਖਾੜਕੂ ਸਨ, ਆਪਣੇ ਜਿਹੜੇ ਸਮਰਥਕ ਸਨ, ਬੱਬਰ ਅਕਾਲੀ ਹੋਰ ਜਥੇਬੰਦੀ ਸੀ ਜਿਸ ਨੂੰ ਕਿ ਅਸੀਂ ਬੱਬਰ ਖਾਲਸਾ ਦੇ ਨਾਂ ਨਾਲੋਂ ਵੀ ਬਾਅਦ ਦੇ ਵਿੱਚ ਜਾ ਰਹੇ ਹਾਂ। ਸੁਖਦੇਵ ਸਿੰਘ ਬੱਬਰ ਉਹਨਾਂ ਨੇ ਇਹ ਬਣਾਈ ਸੀ। ਅਖੰਡ ਕੀਰਤਨੀ ਜਥੇ ਦੇ ਇੱਕ ਬ੍ਰੇਕਵੇ ਫੈਕਸ਼ਨ ਦੇ ਰੂਪ ਵਿੱਚ ਬੱਬਰ ਅਕਾਲੀਆਂ ਨੇ ਵੀ ਆਪਣਾ ਖੂਬ ਦਬਦਬਾ ਦਰਬਾਰ ਸਾਹਿਬ ਪਰਿਸਰ ਦੇ ਵਿੱਚ ਬਣਾ ਲਿਆ ਸੀ ਤੇ ਦਸੰਬਰ ਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਉਹਨਾਂ ਨੂੰ ਗੁਰੂ ਨਾਨਕ ਨਿਵਾਸ ਤੋਂ ਬਾਹਰ ਕੱਢ ਕੇ ਉਹਨਾਂ ਨੂੰ ਅਕਾਲ ਤਖਤ ਤੱਕ ਜਾਣ ਲਈ ਕਿ ਕਾਫੀ ਹੱਦ ਤੱਕ ਜਿਹੜਾ ਮਜਬੂਰ ਕਰਨ ਦੇ ਵਿੱਚ ਬੱਬਰਾਂ ਦੀ ਇੱਕ ਅਹਿਮ ਭੂਮਿਕਾ ਸੀ ਕਿਉਂਕਿ ਕਿਤੇ ਨਾ ਕਿਤੇ ਬੱਬਰ ਜਿਹੜੇ ਅਕਾਲੀ ਸਨ ਉਹ ਭਿੰਡਰਾਂਵਾਲਾ ਦੇ ਕਾਫੀ ਕ੍ਰਿਟਿਕ ਸਨ, ਯਾਨੀ ਕਿ ਉਹਨਾਂ ਨੂੰ ਬਹੁਤ ਹੀ ਨਾਪੱਖੀ ਰਵੱਈਏ ਦੇ ਨਾਲ ਵੇਖਦੇ ਸਨ। ਕੁਝ ਹੱਦ ਤੱਕ ਉਹ ਮੰਨਦੇ ਸਨ ਵੀ ਜਿਹੜਾ 1978 ਦਾ ਨਿਰੰਕਾਰੀ ਕਾਂਡ ਸੀ ਉਸ ਦੇ ਵਿੱਚ ਸੰਤ ਭਿੰਡਰਾਂਵਾਲਾ ਵੱਲੋਂ ਕੋਈ ਬਹਾਦਰੀ ਦਾ ਸਬੂਤ ਨਹੀਂ ਦਿੱਤਾ ਗਿਆ। ਸੋ ਇਹ ਇੱਕ ਆਪਸ ਦੇ ਜਿਹੜੇ ਵੱਖਰੇਵੇਂ ਸਨ, ਸਾਈਮਲਟੇਨੀਅਸਲੀ ਚੱਲ ਰਹੇ ਸਨ, ਲੇਕਿਨ ਇਹਨਾਂ ਦਾ ਕੋਈ ਵੀ ਅਸਰ ਜਿਹੜਾ ਹੈ ਉਸ ਲੜਾਈ ਜਾਂ ਉਸ ਸੰਘਰਸ਼ ਉੱਤੇ ਨਹੀਂ ਸੀ ਪੈਣਾ ਜੋ ਕਿ ਬਾਅਦ ਦੇ ਵਿੱਚ ਕੁਝ ਮਹੀਨਿਆਂ ਬਾਅਦ ਭਾਰਤੀ ਫੌਜ ਦੇ ਨਾਲ ਲੜੀ ਜਾਣੀ ਸੀ। ਸੋ ਇਹ ਪੂਰੀ ਸਥਿਤੀ ਸੀ। ਇਹ ਬਿਲਡਅਪ ਜਿਹੜਾ ਸੀ ਲਗਾਤਾਰ ਹੁੰਦਾ ਗਿਆ। ਭਾਰਤ ਸਰਕਾਰ ਇੰਟੈਲੀਜੈਂਸ ਦੀ ਏਜੰਸੀਆਂ ਦੀ ਜਿਹੜੀ ਇਨਪੁਟ ਸੀ ਉਹ ਲਗਾਤਾਰ ਮਿਲ ਰਹੀਆਂ ਸਨ ਵੀ ਅੰਦਰ ਕੀ ਕੁਝ ਹੋ ਰਿਹਾ ਹੈ। ਡੀਆਈਜੀ ਅਟਵਾਲ ਦੇ ਮਾਰੇ ਜਾਣ ਤੋਂ ਬਾਅਦ ਕੋਈ ਵੀ ਐਸਾ ਹੋਰ ਚੈਨਲ ਨਹੀਂ ਸੀ ਬਚਿਆ ਜਾਂ ਸੁਰੱਖਿਆ ਏਜੰਸੀਆਂ ਜਾਂ ਪੁਲਿਸ ਆਰਮੀ ਦੇ ਪੱਧਰ ਤੇ ਕਿਸੇ ਦਾ ਵੀ ਅੰਦਰ ਦੀ ਜਿਹੜੀ ਜਾਣਕਾਰੀ ਹੈ ਉਸ ਨੂੰ
ऑफिशियल ਲੈਵਲ ਤੇ ਹਾਸਲ ਕਰਨਾ ਸੰਭਵ ਨਹੀਂ ਸੀ। ਸੋ ਜੋ ਵੀ ਗੱਲਾਂ ਬਾਤਾਂ ਅੰਦਰੋਂ ਆ ਰਹੀਆਂ ਸਨ ਉਹ ਖੁਫੀਆ ਮਾਧਿਅਮ ਤੋਂ ਹੀ ਆ ਰਹੀਆਂ ਸਨ। ਕਈ ਚੀਜ਼ਾਂ ਡਿਸਟੋਰਟ ਹੋ ਕੇ ਵੀ ਬਾਹਰ ਸੂਚਨਾ ਦੀ ਸ਼ਕਲ ਦੇ ਵਿੱਚ ਭਾਰਤ ਸਰਕਾਰ ਤੱਕ ਪਹੁੰਚਾਈਆਂ ਗਈਆਂ ਜਾਂ ਪਹੁੰਚਦੀਆਂ ਰਹੀਆਂ। ਲੇਕਿਨ ਅਸੀਂ ਸਿੱਧਾ ਉਸ ਆਪਰੇਸ਼ਨ ਤੇ ਆ ਜਾਂਦੇ ਹਾਂ, ਆਪਰੇਸ਼ਨ ਬਲੂ ਸਟਾਰ। ਆਪਰੇਸ਼ਨ ਬਲੂ ਸਟਾਰ ਦੇ ਮੁੱਢਲੇ ਤੌਰ ਤੇ 3 ਅਲੱਗ-ਅਲੱਗ ਸਬ ਆਪਰੇਸ਼ਨ ਸਨ, ਜਿਸ ਦੇ ਵਿੱਚ ਕਿ ਆਪਰੇਸ਼ਨ ਬਲੂ ਸਟਾਰ ਨੂੰ ਵੰਡਿਆ ਗਿਆ ਸੀਗਾ ਭਾਰਤੀ ਫੌਜ ਵੱਲੋਂ। उसका पहला हिस्सा सी ऑपरेशन मैटल, जो कि एक अनिखड़वा हिस्सा सी ऑपरेशन ब्लू स्टार का, जिस तहत कि दरबार साहब कंपलैक्स के विच फौजी कार्रवाई की जानी सी। संत जरनैल सिंह भिंडरांवाला उन्होंने गिरफ्तार करना या फिर उन्होंने मार मुकाना, ये मकसद सी। ते दरबार साहब कंपलैक्स नूं खाड़कों तो आज़ाद कराना। सो ऑपरेशन जिहड़ा मैटल सी वो सब तो अहम ऑपरेशन सी। ते अज तक जदों भी असीं ऑपरेशन ब्लू स्टार की गल करते हैं, ਇਨਵੇਰੀਏਬਲੀ ਅਸੀਂ ਆਪਰੇਸ਼ਨ ਮੈਟਲ ਦੀ ਹੀ ਗੱਲ ਕਰ ਰਹੇ ਹੁੰਦੇ ਹਾਂ, ਜੋ ਵੀ ਫੌਜ ਨੇ ਉੱਥੇ ਕੀਤਾ ਜਾਂ ਜੋ ਵੀ ਉੱਥੇ ਨੁਕਸਾਨ ਹੋਇਆ। ਇਸ ਤੋਂ ਇਲਾਵਾ ਬਲੂ ਸਟਾਰ ਦਾ ਇੱਕ ਦੂਸਰਾ ਪਾਰਟ ਸੀ, ਉਹ ਸੀ ਆਪਰੇਸ਼ਨ ਸ਼ੌਪ, ਤੇ ਤੀਸਰਾ ਪਾਰਟ ਸੀ ਆਪਰੇਸ਼ਨ ਵੁਡਰੋਜ਼। ਆਪਰੇਸ਼ਨ ਸ਼ੌਪ ਦਾ ਮਕਸਦ ਤੇ ਮੰਤਵ ਸੀ ਦਰਬਾਰ ਸਾਹਿਬ ਕੰਪਲੈਕਸ ਤੋਂ ਇਲਾਵਾ ਅੰਮ੍ਰਿਤਸਰ ਦੇ ਗੁਰਦੁਆਰਿਆਂ ਤੋਂ ਇਲਾਵਾ ਪੰਜਾਬ ਦੇ ਹੋਰ ਸਾਰੇ ਜਿਹੜੇ ਗੁਰਦੁਆਰੇ ਸਨ, ਜਿੱਥੇ ਇੱਕ ਬਿਲਡਅਪ ਹੋ ਰੱਖਿਆ ਸੀ, ਖਾੜਕੂਆਂ ਨੇ ਗੁਰਦੁਆਰਿਆਂ ਦਾ ਕੰਟਰੋਲ ਲੈ ਰੱਖਿਆ ਸੀ, ਉਸ ਕੰਟਰੋਲ ਤੋਂ ਉਹਨਾਂ ਗੁਰਦੁਆਰਿਆਂ ਨੂੰ ਆਜ਼ਾਦ ਕਰਵਾਉਣਾ ਤੇ ਉਸ ਕਾਰਵਾਈ ਦੇ ਵਿੱਚ ਗ੍ਰਿਫਤਾਰੀਆਂ ਲੈਣਾ, ਡਿਸਆਰਮ ਕਰਨਾ ਖਾੜਕੂਆਂ ਨੂੰ, ਤੇ ਜੇ ਲੋੜ ਪਈ ਤਾਂ ਉਹਨਾਂ ਨੂੰ ਮਾਰ ਮੁਕਾਣਾ। ਸੋ ਆਪਰੇਸ਼ਨ ਸ਼ੌਪ ਮੁੱਢਲੇ ਤੌਰ ਤੇ ਉਸ ਨੂੰ ਜਾਣਿਆ ਜਾਂਦਾ ਹੈ, ਲੇਕਿਨ ਬਹੁਤ ਸੇ ਲੋਕ ਉਸੀ ਨੂੰ ਆਪਰੇਸ਼ਨ ਵੁਡਰੋਜ਼ ਵੀ ਮੰਨਦੇ ਨੇ। ਮੋਟੇ-ਮੋਟੇ ਰੂਪ ਨਾਲ ਇਹ ਸਮਝਣਾ ਪੈਣਾ ਵੀ ਜਿਹੜਾ ਆਪਰੇਸ਼ਨ ਵੁਡਰੋਜ਼ ਸੀ ਉਹਦਾ ਮਕਸਦ ਸੀ ਬਾਰਡਰ ਦੇ ਉੱਤੇ ਭਾਰਤ ਅਤੇ ਪਾਕਿਸਤਾਨ ਦੀ ਸਰਹੱਦ ਉੱਤੇ BSF ਦੀ ਜਿਹੜੀ ਪਿਕਟ ਸਨ ਉਹਨਾਂ ਨੂੰ ਆਰਮੀ ਦੇ ਅਧੀਨ ਲੈਣਾ, ਕਿਉਂਕਿ ਉਸ ਵਕਤ ਖਤਰਾ ਤੇ ਖਦਸ਼ਾ ਭਾਰਤ ਸਰਕਾਰ ਜਾਂ ਭਾਰਤੀ ਫੌਜ ਦਾ ਇਹ ਸੀ ਵੀ ਜਦੋਂ ਆਪਰੇਸ਼ਨ ਬਲੂ ਸਟਾਰ ਜਾਂ ਫਿਰ ਇਹ ਜਿਹੜੀ ਫੌਜੀ ਕਾਰਵਾਈ ਕੀਤੀ ਜਾਏਗੀ ਦਰਬਾਰ ਸਾਹਿਬ ਜਾਂ ਉਸ ਕੰਪਲੈਕਸ ਦੇ ਵਿੱਚ, ਉਸ ਵਕਤ ਪਾਕਿਸਤਾਨ ਤੋਂ ਇੱਕ ਬਹੁਤ ਵੱਡੀ ਰਸਦ ਤੇ ਮਦਦ ਜਿਹੜੀ ਹੈਗੀ ਹੈ ਉਹ ਮਿਲ ਸਕਦੀ ਹੈ ਸਿੱਖ ਜਿਹੜੇ ਖਾੜਕੂ ਹੈਗੇ ਨੇ ਜਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਉਹਨਾਂ ਨੂੰ। ਇਹ ਇੱਕ ਬਹੁਤ ਵੱਡਾ ਪ੍ਰੋਪੇਗੈਂਡਾ ਵੀ ਉਹਨਾਂ ਦਿਨਾਂ ਦੇ ਵਿੱਚ ਸੀਗਾ। ਇਹਦਾ ਕੋਈ ਜ਼ਿਆਦਾ ਵੱਡਾ ਆਧਾਰ ਤਾਂ ਨਹੀਂ ਸੀਗਾ, ਕਿਉਂਕਿ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਹੈ ਵੀ ਪਾਕਿਸਤਾਨ ਤੋਂ ਕਿੰਨੀ ਸਪੋਰਟ ਇਸ ਪੂਰੀ ਮੂਵਮੈਂਟ ਨੂੰ ਮਿਲੀ, ਉਸਦੇ ਬਹੁਤ ਹੀ ਸੀਮਿਤ ਜਿਹੜੇ ਹੈਗੇ ਨੇ ਸਬੂਤ ਹੈ ਅੱਜ ਤੱਕ ਮਿਲ ਪਾਏ ਹੈਗੇ ਨੇ। ਕਿਉਂਕਿ ਪਾਕਿਸਤਾਨ ਦੀ ਜਿਹੜੀ ਇਨਵੋਲਵਮੈਂਟ ਪ੍ਰੋਕਸੀ ਵਾਰ ਦੇ ਤਹਿਤ ਪੰਜਾਬ ਦੇ ਜਿਹੜੇ ਆਪਰੇਸ਼ਨਸ ਦੇ ਵਿੱਚ ਹੋਈ, ਉਹ 1984 ਤੋਂ ਬਾਅਦ 85-86 ਤੋਂ ਟਰੇਸ ਬੈਕ ਕੀਤੀ ਜਾਂਦੀ ਹੈ। ਲੇਕਿਨ ਉਸ ਵਕਤ ਭਾਰਤ ਸਰਕਾਰ ਨੂੰ ਇੱਕ ਬਹੁਤ ਵੱਡਾ ਖਤਰਾ ਸੀ ਵੀ ਪਾਕਿਸਤਾਨ ਇਸ ਪੂਰੇ ਮਾਮਲੇ ਦੇ ਵਿੱਚ ਇੱਕ ਫੌਜੀ ਹਮਲਾ, ਇੱਕ ਜਵਾਬੀ ਕਾਰਵਾਈ ਕਰ ਸਕਦਾ ਹੈ, ਜਿਸ ਦੇ ਤਹਿਤ ਕਿ ਇੱਕ ਬਹੁਤ ਲੰਬੀ ਚੌੜੀ ਫੌਜੀ ਵਿਉਂਤਬੰਦੀ ਭਾਰਤ ਸਰਕਾਰ ਨੇ ਕਰ ਰੱਖੀ ਸੀ। ਸੋ BSF ਦੀ ਉਹਨਾਂ ਪਿਕਟਸ ਉੱਤੇ ਆਰਮੀ ਦੀ ਜਿਹੜੀ ਫੋਰਸ ਹੈ ਉਸ ਨੂੰ ਲਾ ਦੇਣਾ ਜਾਂ ਆਰਮੀ ਦੇ ਅਧੀਨ ਉਹਨਾਂ ਪਿਕਟਸ ਨੂੰ ਲੈ ਲੈਣਾ, ਤਾਂ ਕਿ ਜਿਹੜੀ ਬਾਰਡਰ ਦੇ ਉੱਤੇ ਵੀ ਆਰਮੀ ਦੀ ਤੈਨਾਤੀ ਮੁਕੰਮਲ ਕਰ ਲਈ ਜਾਏ, ਪਾਕਿਸਤਾਨ ਵੱਲੋਂ ਕਿਸੇ ਵੀ ਹਮਲੇ ਦੀ ਸੂਰਤ ਦੇ ਵਿੱਚ ਉਸ ਦਾ ਵੀ ਮੁਕਾਬਲਾ ਕੀਤਾ ਜਾਏ। ਸੋ ਆਪਰੇਸ਼ਨ ਵੁਡਰੋਸ ਮੁੱਢਲੇ ਤੌਰ ਤੇ ਬਾਰਡਰ ਦੀ ਜਿਹੜੀ ਗਤੀਵਿਧੀਆਂ ਦੇ ਨਾਲ ਰਿਲੇਟਡ ਸੀ, ਲੇਕਿਨ ਬਹੁਤ ਸੇ ਲੋਕ ਆਪਰੇਸ਼ਨ ਸ਼ੌਪ ਤੇ ਆਪਰੇਸ਼ਨ ਵੁਡਰੋਸ ਨੂੰ ਕਨਫਿਊਜ਼ ਕਰਦੇ ਨੇ ਜਾਂ ਕਈ ਵਾਰ ਮਿਕਸ ਵੀ ਕਰ ਲੈਂਦੇ ਨੇ, ਜਿਸ ਦੇ ਤਹਿਤ ਕੀ ਸਮਝਿਆ ਜਾਂਦਾ ਵੀ ਗੁਰਦੁਆਰਿਆਂ ਦੇ ਜਾਂ ਦਰਬਾਰ ਸਾਹਿਬ ਤੋਂ ਇਲਾਵਾ ਗੁਰਦੁਆਰਿਆਂ ਦੇ ਉੱਤੇ ਐਕਸ਼ਨ ਨੂੰ ਹੀ ਆਪਰੇਸ਼ਨ ਵੁਡਰੋਸ ਦਾ ਵੀ ਨਾਂ ਦਿੱਤਾ ਜਾਂਦਾ ਹੈ। ਬਹਰਹਾਲ ਅਸੀਂ ਗੱਲ ਕਰਾਂਗੇ ਆਪਰੇਸ਼ਨ ਮੈਟਲ ਦੀ, ਉਹ ਮੇਨ ਆਪਰੇਸ਼ਨ ਜੋ ਕਿ ਦਰਬਾਰ ਸਾਹਿਬ ਦੇ ਕੰਪਲੈਕਸ ਦੇ ਵਿੱਚ ਹੋਇਆ। ਸਭ ਤੋਂ ਜ਼ਿਆਦਾ ਜਿਹੜਾ ਖੂਨੀ ਸੰਘਰਸ਼ ਉਸੇ ਕੰਪਲੈਕਸ ਦੇ ਵਿੱਚ 3 ਜੂਨ ਤੋਂ ਲੈ ਕੇ 8 ਜੂਨ ਤੱਕ ਦੇਖਿਆ ਗਿਆ। 3 ਜੂਨ ਨੂੰ ਭਾਰਤ ਦੀ ਫੌਜ ਜਿਹੜੀ ਹੈਗੀ ਹੈ ਉਸਨੇ ਅੰਮ੍ਰਿਤਸਰ ਦੇ ਵਿੱਚ ਆਪਣੀ ਜਿਹੜੀ ਕਾਰਵਾਈ ਹੈ ਉਸ ਨੂੰ ਆਰੰਭਿਆ ਤੇ ਦਰਬਾਰ ਸਾਹਿਬ ਕੰਪਲੈਕਸ ਦੇ ਉੱਤੇ ਚੜ੍ਹਾਈ ਜਿਹੜੀ ਸੀ ਉਹ ਕੀਤੀ ਗਈ। ਭਾਰਤੀ ਫੌਜ ਵੱਲੋਂ 3 ਜੂਨ ਨੂੰ ਜਿਹੜਾ ਆਪਣੀ ਕਾਰਵਾਈ ਹੈ ਉਸ ਨੂੰ ਸ਼ੁਰੂ ਕੀਤਾ ਜਾਂਦਾ ਹੈ। ਇਹ ਹਮਲਾ ਸ਼ੁਰੂ ਹੁੰਦਾ ਹੈ ਤੇ 3 ਜੂਨ ਨੂੰ ਜਦੋਂ ਜਨਰਲ AS ਵੈਦਿਆ ਭਾਰਤ ਦੇ ਆਰਮੀ ਚੀਫ ਹੁੰਦੇ ਨੇ, ਲੈਫਟੀਨੈਂਟ ਜਨਰਲ K ਸੁੰਦਰ ਜੀ ਇਸ ਪੂਰੇ ਆਪਰੇਸ਼ਨ ਦੀ ਕਮਾਨ ਸਾਂਭ ਰਹੇ ਹੁੰਦੇ ਨੇ, ਥੱਲੇ ਮੇਜਰ ਜਨਰਲ ਕੁਲਦੀਪ ਸਿੰਘ ਬਰਾੜ ਜਿਨ੍ਹਾਂ ਨੂੰ ਕਿ ਬੁਲਬੁਲ ਬਰਾੜ ਵੀ ਕਿਹਾ ਜਾਂਦਾ ਹੈ, ਉਹ ਆਪਰੇਸ਼ਨਲ ਲੈਵਲ ਤੇ ਇਸ ਪੂਰੇ ਆਪਰੇਸ਼ਨ ਨੂੰ ਹੈਡ ਕਰ ਰਹੇ ਹੁੰਦੇ ਨੇ। ਤੇ ਇਸ ਤੋਂ ਇਲਾਵਾ ਲੈਫਟੀਨੈਂਟ ਜਨਰਲ ਰਣਜੀਤ ਸਿੰਘ ਦਇਆਲ ਜਿਨ੍ਹਾਂ ਕੋਲ ਆਪਰੇਸ਼ਨ ਸ਼ੌਪ ਤੇ ਆਪਰੇਸ਼ਨ ਵੁਡਰੋਜ਼ ਦੀ ਜ਼ਿੰਮੇਵਾਰੀ ਹੁੰਦੀ ਹੈ, ਯਾਨੀ ਕਿ ਦਰਬਾਰ ਸਾਹਿਬ ਕੰਪਲੈਕਸ ਤੋਂ ਇਲਾਵਾ ਜਿਹੜੇ ਹੋਰ ਗੁਰਦੁਆਰਿਆਂ ਦੇ ਵਿੱਚ ਆਪਰੇਸ਼ਨ ਹੁੰਦੇ ਨੇ ਉਹ ਲੈਫਟੀਨੈਂਟ ਜਨਰਲ ਰਣਜੀਤ ਸਿੰਘ ਦਇਆਲ ਵੱਲੋਂ ਮੇਨਟੇਨ ਕੀਤੇ ਗਏ ਜਾਂ ਮੈਨ ਕੀਤੇ ਗਏ। ਸੋ ਭਾਰਤ ਸਰਕਾਰ ਦੇ ਜਿਹੜੇ 4 ਮੁੱਖ ਜਰਨੈਲ ਹੈਗੇ ਨੇ, AS ਵੈਦਿਆ, ਲੈਫਟੀਨੈਂਟ ਜਨਰਲ K ਸੁੰਦਰ ਜੀ, ਲੈਫਟੀਨੈਂਟ ਜਨਰਲ ਰਣਜੀਤ ਸਿੰਘ ਦਇਆਲ ਅਤੇ ਮੇਜਰ ਜਨਰਲ ਕੁਲਦੀਪ ਬਰਾੜ ਯਾਨੀ ਕਿ ਬੁਲਬੁਲ ਬਰਾੜ, ਇਹ ਉਹ 4 ਮੁੱਖ ਅਫਸਰ ਨੇ ਜੋ ਕਿ ਭਾਰਤ ਦੀ ਫੌਜ ਦੀ ਅਗਵਾਈ ਜਿਹੜੀ ਹੈ ਇਸ ਆਪਰੇਸ਼ਨ ਵਿੱਚ ਕਰਦੇ ਨੇ। ਤੇ ਦੂਸਰੇ ਪਾਸੇ ਜਿਹੜਾ ਖਾੜਕੂ ਸੰਘਰਸ਼ ਹੈ ਉਸ ਦੀ ਅਗਵਾਈ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਅਮਰੀਕ ਸਿੰਘ ਤੇ ਉਹਨਾਂ ਦੇ ਜਿਹੜੇ ਫੌਜੀ ਸਲਾਹਕਾਰ ਦੇ ਰੂਪ ਵਿੱਚ ਸ਼ਬੇਗ ਸਿੰਘ ਜੋ ਕਿ ਆਰਮੀ ਦੇ ਹੀ ਸਾਬਕਾ ਅਫਸਰ ਰਹੇ ਹੁੰਦੇ ਨੇ, ਮੇਜਰ ਜਨਰਲ ਰਹੇ ਹੁੰਦੇ ਨੇ, ਉਹ ਕਰ ਰਹੇ ਹੁੰਦੇ ਨੇ। 3 ਜੂਨ ਨੂੰ ਜਦੋਂ ਭਾਰਤੀ ਫੌਜ ਆਪਣੀ ਕਾਰਵਾਈ ਸ਼ੁਰੂ ਕਰਦੀ ਹੈ ਤਾਂ ਉਸ ਦੀ ਪਹਿਲੀ ਜਿਹੜੀ ਸਟ੍ਰੈਟਜੀ ਹੁੰਦੀ ਹੈ, ਉਸ ਦਾ ਪਹਿਲਾ ਜਿਹੜਾ ਮੂਲ ਮਕਸਦ ਹੁੰਦਾ ਹੈ ਉਹ ਇਹ ਹੁੰਦਾ ਵੀ ਅਸੀਂ ਕੈਸਾ ਸ਼ੋ ਆਫ ਸਟਰੈਂਥ ਕਰਾਂਗੇ, ਟੈਂਕਾਂ ਤੋਪਾਂ ਨੂੰ ਦਿਖਾ ਕੇ ਇੱਕ ਬਹੁਤ ਵੱਡੇ ਫੌਜੀ ਜਮਾਵੜੇ ਨੂੰ ਉਸ ਦਾ ਪ੍ਰਦਰਸ਼ਨ ਕਰਕੇ ਕਾਫੀ ਹੱਦ ਤੱਕ ਅੰਦਰ ਜਿਹੜੇ ਖਾੜਕੂ ਲੜ ਰਹੇ ਹੈਗੇ ਨੇ ਉਹਨਾਂ ਨੂੰ ਡਰਾ ਦਾਂਗੇ।
ਜਿਹੜਾ ਇੱਕ ਰਾਮਗੜੀਆ ਬੂੰਗਾ ਤੇ ਗੁਰੂ ਨਾਨਕ ਨਿਵਾਸ ਦੇ ਪਿੱਛੇ ਜਿਹੜੀ ਪਾਣੀ ਦੀ ਟੈਂਕੀ ਸੀ ਉਸ ਉੱਤੇ ਪਿਕਟ ਸਨ। ਉੱਥੋਂ ਲਗਾਤਾਰ ਫਾਇਰਿੰਗ ਵੀ ਸ਼ੁਰੂ ਹੁੰਦੀ ਹੈ, ਫੌਜ ਵੀ ਇੱਧਰੋਂ ਆਪਣਾ ਕੰਮ ਕਰਦੀ ਹੈ ਤੇ ਉਸ ਕ੍ਰਾਸ ਫਾਇਰ ਦੇ ਵਿੱਚ ਜਦੋਂ ਬੂੰਗੇ ਤੇ ਟੈਂਕੀ ਦੇ ਵਿੱਚ ਜਿਹੜੀਆਂ ਪਿਕਟਸ ਹੈਗੀਆਂ ਨੇ ਉਹਨਾਂ ਨੂੰ ਪਹਿਲੇ ਲੈਵਲ ਤੇ ਉਖਾੜਤਾ ਜਾਂਦਾ ਹੈ, ਲੇਕਿਨ ਉਹਨਾਂ ਪਿਕਟਸ ਨੂੰ ਦੁਬਾਰਾ ਬਹੁਤ ਛੇਤੀ ਰੀਇਨਫੋਰਸ ਕਰਕੇ ਖਾੜਕੂਆਂ ਵੱਲੋਂ ਫਿਰ ਤੋਂ ਜਿਹੜੀ ਫਾਇਰਿੰਗ ਹੈ ਉਹ ਫੌਜ ਦੇ ਉੱਤੇ ਸ਼ੁਰੂ ਕਰਤੀ ਜਾਂਦੀ ਹੈ। ਸੋ ਪਹਿਲੇ ਝਟਕੇ ਦੇ ਵਿੱਚ ਭਾਰਤੀ ਫੌਜ ਦੀ ਜਿਹੜੀ ਅਸੈਸਮੈਂਟ, ਜੋ ਕਿ ਕਿਤੇ ਨਾ ਕਿਤੇ ਸ਼ਾਇਦ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਵੀ ਦੱਸੀ ਗਈ ਸੀ, ਵੀ ਇੱਕ ਸ਼ੋਅ ਆਫ ਸਟਰੈਂਥ ਦੇ ਨਾਲ ਆਪਣੇ ਟੈਂਕਾਂ, ਤੋਪਾਂ ਤੇ ਐਡੇ ਵੱਡੇ ਪੂਰੇ ਬਿਲਡਅਪ ਨੂੰ ਦਿਖਾ ਕੇ ਖਾੜਕੂਆਂ ਦੇ ਮਨੋਬਲ ਨੂੰ ਤੋੜਤਾ ਜਾਏਗਾ ਤੇ ਉਹਨਾਂ ਨੂੰ ਸਰੈਂਡਰ ਕਰਨ ਲਈ ਜਾਂ ਫਿਰ ਆਪਣੇ ਹਥਿਆਰ ਪਾਉਣ ਲਈ ਮਜਬੂਰ ਕਰਤਾ ਜਾਏਗਾ। ਇੱਕ ਮਿਸਕੈਲਕੂਲੇਸ਼ਨ ਹੁੰਦੀ ਹੈ ਤੇ ਇਹ ਜਿਹੜੀ ਸਟ੍ਰੈਟਜੀ ਹੈ ਉਹ ਪੇ ਆਫ ਨਹੀਂ ਕਰਦੀ। ਇਸ ਤੋਂ ਬਾਅਦ ਦੀ ਜਿਹੜੀ ਅਗਲੀ ਕਾਰਵਾਈ ਹੁੰਦੀ ਹੈ ਭਾਰਤੀ ਫੌਜ ਦੀ, ਉਹ ਇੱਕ ਇਨਫੈਂਟਰੀ ਅਸੌਲਟ, ਯਾਨੀ ਕਿ ਫੌਜੀ ਦਸਤਿਆਂ ਵੱਲੋਂ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਐਂਟਰ ਕਰਕੇ ਇੱਕ ਫੌਜੀ ਐਕਸ਼ਨ ਕਰਨਾ ਹੁੰਦਾ ਹੈ, ਜਿਸ ਦੇ ਲਈ ਕਿ 3 ਵੱਖ-ਵੱਖ ਜਿਹੜੀਆਂ ਕੰਪਨੀਆਂ ਹੁੰਦੀਆਂ ਨੇ, ਟੁਕੜੀਆਂ ਹੁੰਦੀਆਂ ਨੇ, ਉਹਨਾਂ ਨੂੰ ਇਸ ਦਾ ਚਾਰਜ ਦਿੱਤਾ ਜਾਂਦਾ ਹੈ। ਸਭ ਤੋਂ ਪਹਿਲਾਂ 10 ਗਾਰਡ ਨਾਂ ਦੀ ਇੱਕ ਭਾਰਤੀ ਫੌਜ ਦੀ ਇੱਕ ਕੰਪਨੀ ਹੁੰਦੀ ਹੈ, ਯੂਨਿਟ ਹੁੰਦੀ ਹੈ, ਜਿਸ ਨੂੰ ਕਿ ਲੈਫਟੀਨੈਂਟ ਕਰਨਲ ਇਜ਼ਰਾਰ ਖਾਨ ਲੀਡ ਕਰ ਰਹੇ ਹੁੰਦੇ ਨੇ। ਇਸ ਕੰਪਨੀ ਨੂੰ ਜਿਹੜਾ ਕੰਮ ਦਿੱਤਾ ਜਾਂਦਾ ਹੈ, ਇਸ ਦੇ ਜਿਹੜੇ ਫੌਜੀਆਂ ਨੂੰ ਕੰਮ ਦਿੱਤਾ ਜਾਂਦਾ ਹੈ, ਉਹ ਹੁੰਦਾ ਹੈ ਘੰਟਾ ਘਰ ਟਾਵਰ ਤੇ ਮੇਨ ਗੇਟ ਤੋਂ ਐਂਟਰ ਕਰਕੇ ਪਰਿਕਰਮਾ ਦੇ ਵਿੱਚ ਫੈਲ ਜਾਣਾ ਤੇ ਉਸ ਤੋਂ ਬਾਅਦ ਅਕਾਲ ਤਖਤ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨਾ। ਲੇਕਿਨ ਅਕਾਲ ਤਖਤ ਤੇ ਕਬਜ਼ਾ ਕਰਨ ਦਾ ਜਿਹੜਾ ਮੇਨ ਟਾਸਕ ਦਿੱਤਾ ਜਾਂਦਾ ਹੈ ਉਹ ਸਪੈਸ਼ਲ ਫਰੰਟੀਅਰ ਫੋਰਸ ਤੇ ਕਮਾਂਡੋਜ਼ ਨੂੰ ਦਿੱਤਾ ਜਾਂਦਾ ਹੈ, ਜਿਨ੍ਹਾਂ ਕੋਲ ਬੁਲੇਟ ਪ੍ਰੂਫ ਜੈਕਟਸ ਵੀ ਹੁੰਦੀਆਂ ਨੇ, ਉਹਨਾਂ ਕੋਲ ਤਮਾਮ ਗੇਅਰ ਹੁੰਦਾ ਹੈ, ਉਹ ਤਮਾਮ ਸਾਜ਼ੋ ਸਮਾਨ ਹੁੰਦਾ ਹੈ, ਆਟੋਮੈਟਿਕ ਵੈਪਨਸ ਹੁੰਦੇ ਨੇ, ਕਿਉਂਕਿ ਇਹ SFFEO ਯੂਨਿਟ ਹੈ ਜੋ ਕਿ ਚਕਰਾਤਾ ਦੇ ਵਿੱਚ ਜਿਸ ਨੂੰ ਕਿ ਵਿਸ਼ੇਸ਼ ਤੌਰ ਤੇ ਡਰਿਲ ਤੇ ਟ੍ਰੇਨਿੰਗ ਦਿੱਤੀ ਗਈ ਹੁੰਦੀ ਹੈ। ਕਿਤੇ ਨਾ ਕਿਤੇ ਜਿਹੜਾ ਆਪਰੇਸ਼ਨ ਸਨਡਾਊਨ, ਜਿਸ ਦੇ ਤਹਿਤ ਕਿ ਸੰਤ ਜਰਨੈਲ ਸਿੰਘ ਭਿੰਡਰਾਵਾਲਾ ਉਹਨਾਂ ਨੂੰ ਕਿਡਨੈਪ ਕਰਨ ਦੀਆਂ ਪਹਿਲਾਂ ਕੋਸ਼ਿਸ਼ਾਂ ਹੁੰਦੀਆਂ ਨੇ, ਉਸ ਦੇ ਵਿੱਚ ਵੀ ਇਹਨਾਂ ਕਮਾਂਡੋਜ਼ ਨੂੰ ਹੀ ਵਰਤੇ ਜਾਣ ਦੇ ਮਕਸਦ ਤੇ ਮਨੋਰਥ ਦੇ ਨਾਲ ਇਹਨਾਂ ਨੇ ਕੁਝ ਡਰਿਲਸ ਕੀਤੀਆਂ ਹੁੰਦੀਆਂ ਨੇ। ਸੋ ਇਹ ਕਾਫੀ ਟ੍ਰੇਨਡ ਯੂਨਿਟ, ਇਸ ਦੀ ਪੂਰੀ ਜ਼ਿੰਮੇਵਾਰੀ ਹੁੰਦੀ ਹੈ ਵੀ ਇਸਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਵਿੱਚ ਜਾ ਕੇ ਸੰਤ ਜਰਨੈਲ ਸਿੰਘ ਭਿੰਡਰਾਵਾਲਾ ਹੋਣਾ ਅਤੇ ਉਹਨਾਂ ਦੇ ਜਿਹੜੇ ਸਾਥੀ ਖਾੜਕੂ ਨੇ ਉਹਨਾਂ ਨੂੰ ਨਿਊਟਰਲਾਈਜ਼ ਕਰਨਾ ਹੈ। SFF ਇੱਕ ਬਹੁਤ ਇੰਪੋਰਟੈਂਟ ਯੂਨਿਟ ਹੁੰਦੀ ਹੈ, ਉਹ ਆਪਣੀ ਕਾਰਵਾਈ ਨੂੰ ਅੱਗੇ ਤੋਰਦੀ ਹੈ, ਲੇਕਿਨ ਉਸ ਨੂੰ ਸ਼ੁਰੂਆਤੀ ਫੇਜ਼ ਦੇ ਵਿੱਚ ਕੋਈ ਵੱਡੀ ਕਾਮਯਾਬੀ ਨਹੀਂ ਹਾਸਲ ਹੁੰਦੀ। ਇਸ ਦੇ ਨਾਲ ਹੀ 10 ਗਾਰਡਸ ਅਤੇ SFF ਯਾਨੀ ਕਿ ਸਪੈਸ਼ਲ ਫਰੰਟੀਅਰ ਫੋਰਸ ਤੋਂ ਇਲਾਵਾ ਜਿਹੜੀ ਕਿ ਤੀਸਰੀ ਕਾਫੀ ਅਹਿਮ ਯੂਨਿਟ ਹੁੰਦੀ ਹੈ ਉਹ ਹੁੰਦੀ ਹੈ 26 ਮੈਡਰਾਸ, ਯਾਨੀ ਕਿ ਉਹ ਮੈਡਰਾਸ ਦੀ ਇੱਕ ਯੂਨਿਟ ਹੁੰਦੀ ਹੈ, ਜਿਸ ਦੇ ਤਹਿਤ ਕਿ ਫੌਜ ਦੀ ਜਿਹੜੀ ਐਂਟਰੀ ਹੁੰਦੀ ਹੈ ਉਹ ਸਰਾਏ ਵਾਲੇ ਪਾਸਿਓਂ, ਸਰਾਂ ਵਾਲੇ ਪਾਸਿਓਂ ਹੁੰਦੀ ਹੈ, ਜਿਸ ਦੇ ਤਹਿਤ ਕਿ ਉਹਨਾਂ ਦਾ ਜਿਹੜਾ ਮੁੱਖ ਟੀਚਾ ਹੁੰਦਾ ਹੈ ਉਹ ਹੁੰਦਾ ਹੈ ਵੀ ਸਰਾਂ ਵਾਲੇ ਪਾਸਿਓਂ ਐਂਟਰ ਕਰਕੇ ਪਰਿਕਰਮਾ ਦੇ ਵਿੱਚ ਜਿਹੜੀਆਂ ਬਿਲਡਿੰਗ ਦੇ ਕਮਰੇ ਹੁੰਦੇ ਨੇ ਉਹਨਾਂ ਦੇ ਵਿੱਚ ਜਿਹੜੇ ਖਾੜਕੂ ਹਨ ਜਾਂ ਫਿਰ ਹੋਰ ਲੋਕ ਜਿਹੜੇ ਹੁੰਦੇ ਨੇ ਉਹਨਾਂ ਨੂੰ ਖਾਲੀ ਕਰਾਉਣਾ ਜਾਂ ਫਿਰ ਉੱਥੇ ਹਮਲਾ ਕਰਨਾ। ਸੋ ਇਹ 3 ਯੂਨਿਟਾਂ ਦੇ ਉੱਤੇ ਕਾਫੀ ਹੱਦ ਤੱਕ ਇਹ ਪੂਰਾ ਇਨਫੈਂਟਰੀ ਦਾ ਅਸੌਲਟ ਹੈ ਉਹ ਨਿਰਭਰ ਕਰ ਰਿਹਾ ਹੁੰਦਾ ਹੈ। ਲੇਕਿਨ ਸ਼ੁਰੂਆਤੀ ਦੌਰ ਦੇ ਵਿੱਚ 10 ਗਾਰਡਸ ਤੇ 26 ਮੈਡਰਾਸ ਨੂੰ ਬਹੁਤ ਜ਼ਿਆਦਾ ਦਿੱਕਤਾਂ ਆਉਂਦੀਆਂ ਨੇ ਤੇ SFF ਦੇ ਜਿਹੜੇ ਕਮਾਂਡੋਜ਼ ਹੁੰਦੇ ਨੇ ਉਹ ਵੀ ਕੁਝ ਜ਼ਿਆਦਾ ਖਾਸ ਨਹੀਂ ਕਰ ਪਾਉਂਦੇ। ਉਹਨਾਂ ਵੱਲੋਂ ਇੱਕ CS ਗੈਸ ਨਾਂ ਦੇ ਜਿਹੜੇ ਗੈਸ ਸ਼ੈਲਸ ਹੁੰਦੇ ਨੇ ਉਹ ਸਿੱਟੇ ਜਾਂਦੇ ਹੈਗੇ ਨੇ, ਜੋ ਕਿ ਟੀਅਰ ਗੈਸ ਤੋਂ ਥੋੜੀ ਜ਼ਿਆਦਾ ਸਖਤ ਗੈਸ ਮੰਨੀ ਜਾਂਦੀ ਹੈ। ਅਕਾਲ ਤਖਤ ਦੇ ਸਾਹਿਬ ਪਲੈਨਿੰਗ ਹੀ ਹੁੰਦੀ ਹੈ ਵੀ CS ਗੈਸ ਦੇ ਜਿਹੜੇ ਗੋਲੇ ਸਿੱਟੇ ਜਾਣਗੇ ਤੇ ਉਸ ਤੋਂ ਬਾਅਦ ਉਹ ਪਰੇਸ਼ਾਨ ਕਰਨ ਤੋਂ ਬਾਅਦ ਜਿਹੜੇ ਖਾੜਕੂ ਹੋਣਗੇ ਉਹ ਸਰੈਂਡਰ ਕਰ ਦੇਣਗੇ। ਲੇਕਿਨ ਇਹ ਪੂਰੀ ਦੀ ਪੂਰੀ ਸਟ੍ਰੈਟਜੀ ਕਾਮਯਾਬ ਨਹੀਂ ਹੁੰਦੀ, ਕਿਉਂਕਿ ਉਸ ਦਿਨ ਹਵਾ ਵੀ ਥੋੜੀ ਚੱਲ ਰਹੀ ਹੁੰਦੀ ਹੈ ਤੇ ਉਹ ਜਿਹੜੇ ਗੋਲੇ ਹੁੰਦੇ ਨੇ ਜਿਸ ਦੂਰੀ ਤੋਂ ਸਿੱਟੇ ਜਾਣੇ ਹੁੰਦੇ ਨੇ ਉਹ ਦੂਰੀ ਬਹੁਤ ਜ਼ਿਆਦਾ ਹੁੰਦੀ ਹੈ ਤੇ ਜਿੰਨਾ ਹੈਵੀ ਫਾਇਰ ਅਕਾਲ ਤਖਤ ਸਾਹਿਬ ਵੱਲੋਂ ਆ ਰਿਹਾ ਹੁੰਦਾ ਹੈ, ਯਾਨੀ ਕਿ ਖਾੜਕੂ ਜਥੇਬੰਦੀਆਂ ਵੱਲੋਂ, ਭਿੰਡਰਾਵਾਲਾ ਉਹਨਾਂ ਦੀ ਟੀਮਾਂ ਵੱਲੋਂ ਜਿਹੜਾ ਫਾਇਰਿੰਗ ਉੱਥੋਂ ਕੀਤੀ ਜਾ ਰਹੀ ਹੁੰਦੀ ਹੈ ਉਹ ਬਹੁਤ ਹੀ ਖਤਰਨਾਕ ਹੁੰਦੀ ਹੈ ਤੇ ਉਸ ਦੇ ਨੇੜੇ ਤੇੜੇ ਫੜਕਣ ਦੀ ਵੀ ਜਿਹੜੀ ਹਿਮਾਕਤ ਹੈ ਉਹ SFF ਨਹੀਂ ਕਰ ਪਾ ਰਿਹਾ ਹੁੰਦਾ। ਇਹ ਚੀਜ਼ ਵੈਲ ਡਾਕੂਮੈਂਟਡ ਹੈ ਵੀ SFF ਦੇ ਜਿਹੜੇ ਕਮਾਂਡੋਜ਼ ਹੈ ਸਭ ਤੋਂ ਪਹਿਲਾਂ ਡਿਮਾਂਡ ਕਰਦੇ ਨੇ ਟੈਂਕ ਦੀ। ਉਹ ਕਹਿੰਦੇ ਨੇ ਵੀ ਤੁਸੀਂ ਟੈਂਕ ਲਿਆਓ ਤੇ ਆਰਮਰਡ ਜਿਹੜੇ ਪਰਸਨਲ ਕੈਰੀਅਰ ਹੁੰਦੇ ਨੇ, ਯਾਨੀ ਕਿ ਬਖਤਰਬੰਦ ਗੱਡੀਆਂ ਜੋ ਕਿ ਪਹਿਲਾਂ ਨਹੀਂ ਆਈਆਂ ਹੁੰਦੀਆਂ, ਪਹਿਲਾਂ ਆਪਣੇ ਉੱਤੇ ਨਿਰਭਰ ਕਰਦੇ ਹੋਏ ਸਾਰੀ ਇਨਫੈਂਟਰੀ ਦਾ ਜਿਹੜਾ ਅਸੌਲਟ ਹੈ ਉਸ ਨੂੰ ਲੀਡ ਕੀਤਾ ਜਾਂਦਾ ਹੈ, ਫੌਜੀ ਖੁਦ ਐਂਟਰ ਕਰ ਜਾਂਦੇ ਨੇ। ਲੇਕਿਨ ਜਦੋਂ ਇਹ ਬਹੁਤ ਹੈਵੀ ਫਾਇਰ ਹਰ ਪਾਸਿਓਂ ਆ ਰਿਹਾ ਹੁੰਦਾ ਹੈ, ਈਵਨ ਪਰਿਕਰਮਾ ਵਾਲੇ ਪਾਸਿਓਂ ਵੀ, ਜਾਂ ਜਿਹੜੀ ਪੌੜੀਆਂ ਹੁੰਦੀਆਂ ਨੇ ਜੋ ਕਿ ਉੱਤੇ ਜਾਣ ਲਈ ਬਣੀਆਂ ਹੁੰਦੀਆਂ ਨੇ ਉਹਨਾਂ ਦੇ ਆਜੂ ਬਾਜੂ ਤੋਂ ਵੀ ਬਹੁਤ ਹੈਵੀ ਫਾਇਰਿੰਗ ਹੋ ਰਹੀ ਹੁੰਦੀ ਹੈ ਤੇ ਜਿਹੜੀਆਂ ਮਸ਼ੀਨ ਗਨਸ ਖਾੜਕੂਆਂ ਵੱਲੋਂ ਲਗਾਈਆਂ ਗਈਆਂ ਹੁੰਦੀਆਂ ਨੇ ਉਹਨਾਂ ਦੀ ਜਿਹੜੀ ਉਚਾਈ ਜ਼ਮੀਨ ਨਾਲੋਂ ਪਰਿਕਰਮਾ ਦੇ ਫਰਸ਼ ਨਾਲੋਂ 9 ਇੰਚ ਦੀ ਹੁੰਦੀ ਹੈ। ਸੋ ਇੱਕ ਬਹੁਤ ਹੀ ਇਫੈਕਟਿਵ ਸਟ੍ਰੈਟਜੀ ਹੁੰਦੀ ਹੈ ਜੋ ਕਿ ਜਨਰਲ ਸ਼ੁਬੇਗ ਸਿੰਘ ਵੱਲੋਂ ਤਿਆਰ ਕੀਤੀ ਗਈ ਹੁੰਦੀ ਹੈ, ਕਿਉਂਕਿ ਉਹ ਭਾਰਤੀ ਫੌਜ ਦੇ ਵਿੱਚ ਰਹੇ ਹੁੰਦੇ ਨੇ। ਮੁਕਤੀ ਬਾਹਿਨੀ ਅਤੇ ਬੰਗਲਾਦੇਸ਼ ਦੀ ਆਜ਼ਾਦੀ ਦੀ ਜਿਹੜੀ ਜੰਗ ਦੇ ਵਿੱਚ ਬਹੁਤ ਗੁਰੀਲਾ ਜਿਹੜੀ ਵਾਰਫੇਅਰ ਸੀ ਉਸ ਦੇ ਵਿੱਚ ਮਹਾਰਤ ਜਨਰਲ ਸ਼ੁਬੇਗ ਸਿੰਘ ਦੀ ਰਹੀ ਸੀ। ਸੋ ਸ਼ੁਬੇਗ ਸਿੰਘ ਵੱਲੋਂ ਜਿਹੜੀ ਚੀਜ਼ ਤਿਆਰ ਕੀਤੀ ਜਾਂਦੀ ਹੈ ਉਹ 9 ਇੰਚ ਦਾ ਜਿਹੜਾ ਫਾਸਲਾ ਜ਼ਮੀਨ ਤੇ ਉੱਤੋਂ ਮਸ਼ੀਨ ਗਨਾਂ ਲਗਾ ਕੇ ਫਾਇਰਿੰਗ ਕਰਨ ਦਾ ਜਿਹੜਾ ਪੈਂਤੜਾ ਹੁੰਦਾ ਉਹ ਕਾਫੀ ਕਾਮਯਾਬ ਹੁੰਦਾ ਹੈ ਤੇ ਇਹੀ ਕਾਰਨ ਹੁੰਦਾ ਹੈ ਕਿ SFF ਦੇ ਕਮਾਂਡੋ ਜਿਹੜੇ ਹੈ ਉਹ ਅਕਾਲ ਤਖਤ ਦੇ ਨੇੜੇ ਕਈ ਘੰਟੇ ਨਹੀਂ ਜਾ ਪਾਉਂਦੇ ਤੇ ਬਹੁਤ ਵੱਡੀ ਕੈਜੂਅਲਟੀ ਹੁੰਦੀ ਹੈ। ਅਕਾਲ ਤਖਤ ਦੇ ਉੱਤੇ ਫੌਜੀ ਕਾਰਵਾਈ ਦੇ ਵਿੱਚ ਕੋਈ ਵੀ ਜ਼ਿਆਦਾ ਕਾਮਯਾਬੀ ਜਿਹੜੀ ਹੈ ਭਾਰਤੀ ਫੌਜ ਨੂੰ ਨਹੀਂ ਮਿਲ ਰਹੀ ਹੁੰਦੀ ਤੇ SFF ਪੂਰੀ ਤਰੀਕੇ ਨਾਲ ਨਾਕਾਮਯਾਬ ਹੋ ਗਈ ਹੁੰਦੀ ਹੈ। ਉਸ ਤੋਂ ਬਾਅਦ ਉਸਨੇ ਇੱਕ ਟੈਂਕ ਮੰਗਵਾਇਆ ਹੁੰਦਾ ਹੈ, ਆਰਮਰਡ ਪਰਸਨਲ ਕੈਰੀਅਰ ਮੰਗਵਾਏ ਜਾਂਦੇ ਨੇ। ਇਸੇ ਤਹਿਤ ਹੀ ਵਿਜੰਤਾ ਜਿਹੜਾ ਟੈਂਕ ਹੁੰਦਾ ਉਸ ਨੂੰ ਪਹਿਲੀ ਵਾਰ ਮੇਨ ਗੇਟ ਨੂੰ ਤੋੜ ਕੇ
ਸੀੜੀਆਂ ਤੋੜਨ ਲਈ ਅੰਦਰ ਵਾੜਿਆ ਜਾਂਦਾ ਹੈ, ਯਾਨੀ ਕਿ ਪਰਿਕਰਮਾ ਦੇ ਅੰਦਰ ਟੈਂਕ ਵਾੜਿਆ ਜਾਂਦਾ ਹੈ। ਹੁਣ ਇੱਕ ਐਸੀ ਮੂਵ ਹੁੰਦੀ ਹੈ ਜਿਸ ਦਾ ਕਾਰਨ ਇਹ ਹੁੰਦਾ ਵੀ ਆਰਮਰਡ ਪਰਸਨਲ ਕੈਰੀਅਰ ਜਿਹੜੇ ਹੁੰਦੇ ਨੇ, ਜਿਸ ਵਿੱਚ ਕਿ ਫੌਜੀਆਂ ਨੇ ਬੈਠ ਕੇ ਆਉਣਾ ਹੁੰਦਾ ਹੈ, ਬਖਤਰਬੰਦ ਗੱਡੀਆਂ ਹੁੰਦੀਆਂ ਨੇ ਜੋ ਕਿ ਬੁਲਟਸ ਤੋਂ ਸਿਕਿਉਰ ਹੁੰਦੀਆਂ ਨੇ, ਉਹਨਾਂ ਨੇ ਅੰਦਰ ਆਉਣਾ ਹੁੰਦਾ ਹੈ ਤੇ ਉਹਨਾਂ ਲਈ ਸੀੜੀਆਂ ਤੋਂ ਉਤਰਨਾ ਮੁਸ਼ਕਿਲ ਹੁੰਦਾ ਹੈ। ਇਸ ਵਾਸਤੇ ਉਹਨਾਂ ਸੀੜੀਆਂ ਨੂੰ ਤੋੜਨ ਲਈ ਵਿਜੰਤਾ ਟੈਂਕ ਮੰਗਵਾਇਆ ਜਾਂਦਾ ਹੈ, ਜਿਸ ਨੂੰ ਕਿ ਪਹਿਲਾਂ ਸੀੜੀਆਂ ਤੋੜੀਆਂ ਜਾਂਦੀਆਂ ਨੇ, ਉਸ ਤੋਂ ਬਾਅਦ ਉਹ ਜਿਹੜੇ APCs ਆਰਮਰਡ ਪਰਸਨਲ ਕੈਰੀਅਰਸ ਬੋਲਦੇ ਆ, ਉਹਨਾਂ ਨੂੰ ਐਂਟਰ ਕਰਵਾਇਆ ਜਾਂਦਾ ਹੈ। ਲੇਕਿਨ ਉਹਨਾਂ ਦੇ ਖਿਲਾਫ ਵੀ ਬਹੁਤ ਜ਼ਿਆਦਾ ਜਿਹੜਾ ਤੇਜ਼ ਫਾਇਰ ਹੈ, ਹੈਵੀ ਫਾਇਰ ਜਿਹੜਾ ਹੈ ਉਹ ਹਰ ਪਾਸਿਓਂ ਆ ਰਿਹਾ ਹੁੰਦਾ ਹੈ, ਖਾਸ ਕਰਕੇ ਅਕਾਲ ਤਖਤ ਸਾਹਿਬ ਵੱਲੋਂ ਜਾਂ ਫਿਰ ਪਰਿਕਰਮਾ ਦੇ ਹੋਰ ਐਸੇ ਥਾਵਾਂ ਤੇ ਜਿੱਥੇ ਕਿ ਜਿਹੜੇ ਬੰਕਰ ਜਿਹੜੇ ਹੁੰਦੇ ਨੇ ਬਣੇ ਹੋਏ ਹੁੰਦੇ ਨੇ। ਸੋ ਇੱਕ ਤਰੀਕੇ ਨਾਲ ਭਾਰਤੀ ਫੌਜ ਦੀ ਜਿਹੜੀ ਸਥਿਤੀ ਹੁੰਦੀ ਹੈ ਉਹ ਕਾਫੀ ਜ਼ਿਆਦਾ ਸ਼ੁਰੂਆਤੀ ਫੇਜ਼ ਦੇ ਵਿੱਚ ਔਖੀ ਹੋ ਰੱਖੀ ਹੁੰਦੀ ਹੈ, ਕਿਉਂਕਿ ਤਕਰੀਬਨ 4 ਜੂਨ ਦੇ ਆਸ-ਪਾਸ ਜਾਂ 4 ਜੂਨ ਦੀ ਰਾਤ ਆਉਂਦਿਆਂ ਭਾਰਤੀ ਫੌਜ ਦੇ ਤਕਰੀਬਨ 800 ਜਿਹੜੀ ਯੂਨਿਟਸ ਹੁੰਦੀਆਂ ਨੇ ਇਨਫੈਂਟਰੀ ਅਸੌਲਟ ਦੇ ਵਿੱਚ ਸ਼ਾਮਲ ਹੁੰਦੀਆਂ ਨੇ। 800 ਫੌਜੀ ਜਿਹੜੇ ਹੁੰਦੇ ਨੇ ਉਹ ਇਸ ਪੂਰੇ ਅਸੌਲਟ ਨੂੰ ਲੀਡ ਕਰ ਰਹੇ ਹੁੰਦੇ ਨੇ, ਜਿਨ੍ਹਾਂ 'ਚੋਂ ਹੈਵੀ ਕੈਜੁਅਲਟੀ ਜਿਹੜੀ ਹੁੰਦੀ ਹੈ, ਯਾਨੀ ਕਿ ਬਹੁਤ ਭਾਰੀ ਨੁਕਸਾਨ ਜਿਹੜਾ ਹੈ ਉਹ ਅਕਾਲ ਤਖਤ ਦੇ ਸਾਹਮਣੇ ਹੁੰਦਾ ਹੈ। ਅਕਾਲ ਤਖਤ ਸਾਹਿਬ ਦੀ ਬਿਲਡਿੰਗ ਜਿੱਥੋਂ ਕਿ ਬਹੁਤ ਹੈਵੀ ਫਾਇਰ ਆ ਰਿਹਾ ਹੁੰਦਾ ਹੈ, ਉੱਥੇ ਫੌਜੀ ਕਾਰਵਾਈ ਬਹੁਤ ਹੀ ਜ਼ਿਆਦਾ ਘਾਤਕ ਤੇ ਖੂਨੀ ਹੁੰਦੀ ਜਾ ਰਹੀ ਹੁੰਦੀ ਹੈ ਤੇ ਭਾਰਤੀ ਫੌਜ ਨੂੰ ਬਹੁਤ ਜ਼ਿਆਦਾ ਵੱਡੇ ਨੁਕਸਾਨ ਉੱਥੇ ਝੱਲਣੇ ਪੈਂਦੇ ਹੈਗੇ ਨੇ। ਉਹਨਾਂ ਦੀ ਗੜਵਾਲ ਰੈਜੀਮੈਂਟ ਦੇ 7 ਜਿਹੜੇ ਫੌਜੀ ਹੈਗੇ ਨੇ ਉਹ ਅਕਾਲ ਤਖਤ ਨੂੰ ਜਦੋਂ ਸਟੋਰਮ ਕਰਨ ਦੀ ਕੋਸ਼ਿਸ਼ ਕਰਦੇ ਨੇ, ਉਸ ਵਿੱਚ ਵੜਨ ਦੀ ਕੋਸ਼ਿਸ਼ ਕਰਦੇ ਨੇ, ਬਹੁਤ ਹੈਵੀ ਫਾਇਰ ਉੱਥੋਂ ਆਉਂਦਾ ਤੇ ਉਹਨਾਂ ਨੂੰ ਐਂਟਰੈਂਸ ਉੱਤੇ ਵੀ ਉਹ ਮਾਰ ਮੁਕਾਏ ਜਾਂਦੇ ਨੇ। ਉਸ ਤੋਂ ਇਲਾਵਾ 26 ਮੈਡਰਾਸ ਦੇ ਵੀ ਜੇ ਬਹੁਤ ਸੇ ਫੌਜੀ ਹੁੰਦੇ ਨੇ ਜਿਨ੍ਹਾਂ ਦੀ ਕੋਸ਼ਿਸ਼ ਹੁੰਦੀ ਹੈ ਤੇ 10 ਐਸੇ ਤਕਰੀਬਨ ਦੱਸੇ ਜਾਂਦੇ ਨੇ ਫੌਜੀ ਜਿਨ੍ਹਾਂ ਵਿੱਚ ਉਹਨਾਂ ਦੇ ਕੈਪਟਨ ਇਨਕਲੂਡਡ ਹੁੰਦੇ ਨੇ, ਉਹ ਕਿਸੇ ਤਰੀਕੇ ਨਾਲ ਅਕਾਲ ਤਖਤ ਦੇ ਵਿੱਚ ਐਂਟਰੀ ਕਰ ਲੈਂਦੇ ਨੇ। ਲੇਕਿਨ ਐਂਟਰੀ ਕਰਨ ਦੇ ਨਾਲ ਹੀ ਉਹਨਾਂ ਦੇ 7 ਜਿਹੜੇ ਫੌਜੀ ਹੈ ਉਹਨਾਂ ਨੂੰ ਮਾਰ ਮੁਕਾਇਆ ਜਾਂਦਾ ਹੈ। ਇੱਕ ਜਿਹੜਾ ਫੌਜੀ ਹੈ ਉਸ ਨੂੰ ਡਾਇਨਾਮਾਈਟ ਸਟਿਕ ਦੇ ਨਾਲ ਜਿਹੜੇ ਖਾੜਕੂ ਹੁੰਦੇ ਨੇ ਉਹ ਬੰਨ੍ਹ ਕੇ ਬਲਾਸਟ ਕਰ ਦਿੰਦੇ ਨੇ। ਉਹਨਾਂ ਦਾ ਕੈਪਟਨ ਜਿਹੜਾ ਹੁੰਦਾ ਹੈ ਉਹ ਜਿਉਂਦਾ ਬਚ ਕੇ ਵਾਪਸ ਆਉਣ ਵਿੱਚ ਕਾਮਯਾਬ ਰਹਿੰਦਾ ਹੈ। ਸੋ ਇਹ ਸਾਰੀ ਗੱਲਾਂ ਬਾਤਾਂ ਜਦੋਂ ਇਨਫੈਂਟਰੀ ਅਸੌਲਟ ਦੇ ਪੱਖੋਂ ਬਹੁਤ ਵੱਡੀਆਂ ਨਾਕਾਮਯਾਬੀਆਂ ਭਾਰਤੀ ਫੌਜ ਦੇ ਹੱਥ ਲੱਗ ਰਹੀਆਂ ਹੁੰਦੀਆਂ ਨੇ, ਉਸ ਵਕਤ ਹੁਣ ਮੌਕਾ ਹੁੰਦਾ ਹੈ ਕਿ ਕੈਵਲਰੀ ਡਿਵੀਜ਼ਨ ਨੂੰ ਆਪਣੇ ਟੈਂਕਸ ਜਿਹੜੇ ਹੁੰਦੇ ਨੇ ਉਹਨਾਂ ਨੂੰ ਅੰਦਰ ਲਿਆਏ ਜਾਣ ਦੇ ਨਿਰਦੇਸ਼ ਦਿੱਤੇ ਜਾਂਦੇ ਨੇ। ਹਾਲਾਂਕਿ ਇਹਨਾਂ ਟੈਂਕਸ ਨੂੰ ਸ਼ੁਰੂਆਤੀ ਸਟੇਜ ਦੇ ਵਿੱਚ ਇਹ ਤਾਕੀਦ ਕੀਤੀ ਜਾਂਦੀ ਹੈ, ਇਹ ਆਰਡਰ ਦਿੱਤਾ ਜਾਂਦਾ ਹੈ ਵੀ ਜ਼ਿਆਦਾ ਹੈਵੀ ਜਿਹੜੇ ਗੋਲੇ ਤੁਸੀਂ ਨਹੀਂ ਬਰਸਾਣੇ ਤੇ ਉਲਟਾ ਸਿਰਫ ਮਸ਼ੀਨ ਗਨਸ ਜਿਹੜੀਆਂ ਹੈ ਉਹਨਾਂ ਦੀ ਵਰਤੋਂ ਕਰਨੀ ਹੈ। ਲੇਕਿਨ ਬਾਅਦ ਦੇ ਵਿੱਚ ਸਥਾਪਿਤ ਹੋਇਆ ਹੈ ਵੀ ਅਕਾਲ ਤਖਤ ਸਾਹਿਬ ਦੇ ਉੱਤੇ ਟੈਂਕਾਂ ਦੇ ਨਾਲ ਗੋਲੇ ਵੀ ਜਿਹੜੇ ਬਾਕਾਇਦਾ ਬਰਸਾਏ ਗਏ। ਲੇਕਿਨ ਇਸ ਪੂਰੀ ਕਾਰਵਾਈ ਦੇ ਵਿੱਚ ਜਦੋਂ ਇਨਫੈਂਟਰੀ ਅਸੌਲਟ ਹੈ ਉਹ ਕਾਫੀ ਹੱਦ ਤੱਕ ਫੇਲ ਹੁੰਦਾ ਨਜ਼ਰ ਆ ਰਿਹਾ ਹੁੰਦਾ ਹੈ। ਭਾਰਤੀ ਫੌਜ ਦੇ ਜਿਹੜੇ ਕਮਾਂਡਰ ਹੁੰਦੇ ਨੇ ਉਹ ਮਹਿਸੂਸ ਕਰ ਰਹੇ ਹੁੰਦੇ ਨੇ ਵੀ ਹੁਣ ਇਨਫੈਂਟਰੀ ਦੇ ਉੱਤੇ ਅਕਾਲ ਤਖਤ ਸਾਹਿਬ ਉੱਤੇ ਅਸੀਂ ਕਬਜ਼ਾ ਕਰਨਾ ਜਾਂ ਉੱਥੋਂ ਜਿਹੜੇ ਖਾੜਕੂਆਂ ਨੂੰ ਨਿਊਟਰਲਾਈਜ਼ ਕਰਨਾ ਇਹ ਸਾਡੇ ਲਈ ਬਹੁਤ ਮੁਸ਼ਕਿਲ ਹੁੰਦਾ ਜਾ ਰਿਹਾ, ਕਿਉਂਕਿ ਜਿਵੇਂ ਜਿਵੇਂ ਸਮਾਂ ਬੀਤ ਰਿਹਾ ਹੁੰਦਾ ਹੈ ਇੱਕ ਅੱਧਾ ਦਿਨ ਨਿਕਲ ਚੁੱਕਾ ਹੁੰਦਾ ਹੈ। ਕਿਉਂਕਿ ਇਹ ਵੀ ਦੱਸ ਦਈਏ ਵੀ ਜ਼ਿਆਦਾਤਰ ਜਿਹੜਾ ਆਪਰੇਸ਼ਨ ਹੈ ਉਹ ਰਾਤ ਦੇ ਅੰਧੇਰੇ ਦੇ ਵਿੱਚ ਹੀ ਕੀਤੇ ਜਾਂਦੇ ਹੈਗੇ ਨੇ। ਬਹੁਤ ਸੀ ਐਸੀਆਂ ਸਨਾਈਪਰ ਜਿਹੜੇ ਸਪੌਟਸ ਹੁੰਦੇ ਨੇ, ਬਹੁਤ ਸੀ ਥਾਵਾਂ ਤੇ ਸਨਾਈਪਰ ਰਾਈਫਲ ਦੇ ਨਾਲ ਜਿਹੜੇ ਖਾੜਕੂ ਬੈਠੇ ਹੁੰਦੇ ਨੇ ਤੇ ਸ਼ਬੇਕ ਸਿੰਘ ਹੋਣਾ ਵੱਲੋਂ ਜੋ ਪਲੈਨਿੰਗ ਕੀਤੀ ਜਾਂਦੀ ਹੈ ਉਹ ਐਡੀ ਮੈਟੀਕੂਲਸ ਤੇ ਵਧੀਆ ਹੁੰਦੀ ਹੈ, ਜਿਸ ਦੇ ਤਹਿਤ ਕਿ ਭਾਰਤੀ ਫੌਜ ਦੀ ਹਰ ਮਨੂਵਰ ਨੂੰ ਉਹ ਐਂਟੀਸਿਪੇਟ ਕਰ ਚੁੱਕੇ ਹੁੰਦੇ ਨੇ। ਉਹਨਾਂ ਨੂੰ ਆਈਡੀਆ ਹੁੰਦਾ ਵੀ ਭਾਰਤੀ ਫੌਜ ਕਿਸ ਤਰੀਕੇ ਨਾਲ ਅੱਗੇ ਵਧੇਗੀ ਤੇ ਉਹਨਾਂ ਨੇ ਉਹ ਸਾਰੀਆਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਹੁਤ ਹੀ ਸਟ੍ਰੈਟੇਜਿਕ ਲੋਕੇਸ਼ਨਸ ਤੇ ਆਪਣੇ ਜਿਹੜੇ ਗਨਮੈਨ ਹੈਗੇ ਨੇ ਉਹ ਬਿਠਾਏ ਹੁੰਦੇ ਨੇ। ਸਨਾਈਪਰ ਜਿਹੜਾ ਫਾਇਰ ਹੈ ਦਿਨ ਦਾ ਉਹ ਬਹੁਤ ਹੀ ਘਾਤਕ ਹੁੰਦਾ ਹੈ, ਇਸ ਵਾਸਤੇ ਦਿਨ ਦੇ ਰੋਸ਼ਨੀ ਦੇ ਵਿੱਚ ਭਾਰਤੀ ਫੌਜ ਵੱਲੋਂ ਬਹੁਤ ਘੱਟ ਐਕਸ਼ਨ ਕੀਤਾ ਗਿਆ ਤੇ ਹਨੇਰਾ ਹੁੰਦਿਆਂ ਹੀ ਉਸ ਪੂਰੀ ਕਾਰਵਾਈ ਨੂੰ ਜ਼ਿਆਦਾ ਜਿਹੜਾ ਹੈ ਤੇਜ਼ੀ ਦੇ ਨਾਲ ਅੰਜਾਮ ਦਿੱਤਾ ਗਿਆ। ਸੋ ਇਨਫੈਂਟਰੀ ਜਿਹੜੀ ਅਸੌਲਟ ਹੁੰਦਾ ਭਾਰਤ ਦੀ ਫੌਜ ਦਾ ਉਹ ਕਾਫੀ ਹੱਦ ਤੱਕ ਬਹੁਤ ਲਿਮਿਟਿਡ ਰਹਿੰਦਾ ਹੈ ਤੇ ਉਹਦੇ ਵਿੱਚ ਕਾਮਯਾਬੀ ਬਹੁਤ ਘੱਟ ਮਿਲ ਪਾ ਰਹੀ ਹੁੰਦੀ ਹੈ। ਇਹੀ ਸਥਿਤੀ ਪਰਿਕਰਮਾ ਵਾਲੇ ਪਾਸੇ ਆ, ਉਸ ਤੋਂ ਉੱਤੇ ਜਿਹੜੇ ਸਰਾਵਾਂ ਹੁੰਦੀਆਂ ਨੇ ਉਹਨਾਂ ਦੇ ਪਾਸੇ ਵੀ ਹੁੰਦੀ ਹੈ, ਕਿਉਂਕਿ ਉੱਥੇ ਵੀ ਜ਼ਿਆਦਾ ਕਾਮਯਾਬੀ ਨਹੀਂ ਮਿਲ ਪਾ ਰਹੀ ਹੁੰਦੀ। ਜਿਹੜਾ ਫਾਇਰਿੰਗ ਹੈ ਉਹ ਬਹੁਤ ਹੈਵੀ ਹੋ ਰਹੀ ਹੁੰਦੀ ਹੈ। ਲੇਕਿਨ ਇਸ ਹਾਲਾਤ ਦੇ ਵਿੱਚ ਹੋਵਿਟਜ਼ਰ ਜਿਹੜੀ ਗਨ ਹੈ 3.7 ਜਿਹੜੀ ਗਨ ਦੱਸੀ ਜਾਂਦੀ ਹੈ, ਉਸ ਹੋਵਿਟਜ਼ਰ ਗਨ ਦੇ ਜ਼ਰੀਏ ਤੇ ਟੈਂਕਾਂ ਦੇ ਜ਼ਰੀਏ ਅਕਾਲ ਤਖਤ ਦੇ ਉੱਤੇ ਗੋਲੇ ਬਰਸਾਨ ਜਾਂ ਉਸ ਨੂੰ ਉਹਦੀ ਬੰਬਾਰਡਮੈਂਟ ਦਾ ਜਿਹੜਾ ਪਲਾਨ ਹੈ ਉਹ ਭਾਰਤੀ ਫੌਜ ਵੱਲੋਂ ਬਣਾਇਆ ਜਾਂਦਾ ਹੈ। ਹੋਵਿਟਜ਼ਰ ਜਿਹੜੀ ਗਨ ਹੈਗੀ ਹੈ ਉਸ ਨੂੰ ਬਾਹਰਲੇ ਪਾਸਿਓਂ ਮਾਊਂਟ ਕੀਤਾ ਜਾਂਦਾ ਹੈ। ਪਹਿਲਾਂ ਉਸ ਨੂੰ ਇੱਕ ਨੈਸ਼ਨਲਾਈਜ਼ ਬੈਂਕ ਦੀ ਬਿਲਡਿੰਗ ਦੇ ਉੱਤੇ ਰੱਖਿਆ ਜਾਂਦਾ ਹੈ, ਲੇਕਿਨ ਉਹ ਲੋਕੇਸ਼ਨ ਠੀਕ ਨਹੀਂ ਹੁੰਦੀ। ਉਸ ਤੋਂ ਬਾਅਦ ਇੱਕ ਬਹੁਤ ਭਾਰੀ ਗਨ ਹੁੰਦੀ ਹੈ, ਇਸ ਨੂੰ ਇੱਕ ਬਿਲਡਿੰਗ ਦੇ ਉੱਤੇ ਪਲੇਸ ਕਰਨਾ ਇੱਕ ਬਹੁਤ ਵੱਡੀ ਚੁਣੌਤੀ ਹੁੰਦੀ ਹੈ। ਲੇਕਿਨ ਸਥਾਨਕ ਵਸਨੀਕਾਂ ਤੇ ਹੋਰ ਲੋਕਾਂ ਦੀ ਮਦਦ ਨਾਲ ਭਾਰਤੀ ਫੌਜ ਇਹ ਕਰ ਪਾਉਂਦੀ ਹੈ ਤੇ ਫਾਈਨਲੀ ਜਦੋਂ ਹੋਵਿਟਜ਼ਰ ਗਨ ਜਿਹੜੀ ਹੈਗੀ ਹੈ ਉਹ ਇਨ ਪਲੇਸ ਆ ਜਾਂਦੀ ਹੈ, ਉੱਥੋਂ ਅਕਾਲ ਤਖਤ ਜਿਹੜਾ ਟਾਰਗੇਟ ਹੈ ਉਹ ਬੜੇ ਸੈੱਟ ਹੋ ਚੁੱਕੇ ਹੁੰਦੇ ਨੇ। ਦੂਸਰੇ ਪਾਸਿਓਂ ਜਿਹੜੇ ਕੈਵਲਰੀ ਦੇ ਟੈਂਕਸ ਹੁੰਦੇ ਨੇ ਉਸ ਵਕਤ ਫਿਰ ਹੈਵੀ ਬੰਬਾਰਡਮੈਂਟ ਜਿਹੜੀ ਹੈ ਉਹ 4 ਜੂਨ ਤੇ 5 ਜੂਨ ਦੀ ਰਾਤ ਨੂੰ ਖਾਸ ਕਰਕੇ ਬਹੁਤ ਤੇਜ਼ ਜਿਹੜਾ ਬੰਬਾਰਡਮੈਂਟ ਹੈ ਉਹ ਭਾਰਤੀ ਫੌਜ ਵੱਲੋਂ ਲਗਾਤਾਰ ਕੀਤੀ ਜਾਂਦੀ ਹੈ। ਇਨਸੈਸੈਂਟ ਫਾਇਰ ਹੁੰਦਾ ਹੈ ਤੇ 6 ਜੂਨ ਸਵੇਰੇ ਜਦੋਂ ਇਹ ਪੂਰਾ ਦਿਨ ਚੜ੍ਹਦਾ ਹੈ ਉਸ ਤੋਂ ਬਾਅਦ ਬਹੁਤ ਘੱਟ ਹੋ ਚੁੱਕਾ ਹੁੰਦਾ ਫਾਇਰ, ਇੰਟੈਂਸਿਟੀ ਘੱਟ ਚੁੱਕੀ ਹੁੰਦੀ ਹੈ। ਅਕਾਲ ਤਖਤ ਸਾਹਿਬ ਵੱਲੋਂ ਜਿਹੜਾ ਫਾਇਰ ਆ ਰਿਹਾ ਹੁੰਦਾ ਹੈ ਜੋ ਕਿ ਪਿਛਲੇ ਕਰੀਬਨ 2 ਦਿਨ ਜਿਸਨੇ ਕਿ ਭਾਰਤੀ ਫੌਜ ਦੇ ਨੱਕ ਵਿੱਚ ਦਮ ਕਰਕੇ ਰੱਖਿਆ ਹੁੰਦਾ ਹੈ, ਇੱਕ ਸਪੋਰੈਡਿਕ ਛੁੱਟ-ਫੁੱਟ ਜਿਹੜਾ ਗਨ ਫਾਇਰ ਜਿਸ ਨੂੰ ਕਿਹਾ ਜਾਂਦਾ ਹੈ, ਕਿਤੇ ਕਿਤੇ ਗੋਲੀਆਂ ਚੱਲ ਰਹੀਆਂ ਹੁੰਦੀਆਂ ਨੇ, ਲੇਕਿਨ ਇੱਕ ਬਹੁਤ ਜਿਹੜੀ ਬੁਛਾੜ ਪਹਿਲਾਂ ਆ ਰਹੀ ਸੀ
ਫਾਇਰਿੰਗ ਦੀ ਉਹ ਬੰਦ ਹੋ ਚੁੱਕੀ ਹੁੰਦੀ ਹੈ। ਕਮਾਂਡਰਾਂ ਦੀ ਆਪਣੀ ਅਸੈਸਮੈਂਟ ਹੁੰਦੀ ਹੈ ਵੀ ਹੁਣ ਅਕਾਲ ਤਖਤ ਦੇ ਵਿੱਚ ਦੀ ਅੰਦਰ ਦੀ ਜਿਹੜੀ ਸਿਚੁਏਸ਼ਨ ਹੈ ਉਹ ਬਦਲ ਚੁੱਕੀ ਹੈ ਤੇ ਜਿਹੜਾ ਹੈਵੀ ਤੋਪਾਂ ਦੇ ਨਾਲ ਜਿਹੜੇ ਹਮਲੇ ਕੀਤੇ ਗਏ ਨੇ, ਹੌਬਿਟਜ਼ਰ ਦੇ ਨਾਲ ਜੋ ਹਮਲੇ ਹੋਏ ਨੇ ਜਾਂ ਟੈਂਕਾਂ ਦੇ ਨਾਲ ਜਿਹੜੇ ਗੋਲੇ ਰਾਤ ਨੂੰ ਬਰਸਾਏ ਗਏ ਨੇ, ਉਹਨਾਂ ਦੇ ਨਾਲ ਕਾਫੀ ਹੱਦ ਤੱਕ ਜਿਹੜੇ ਖਾੜਕੂ ਹੈਗੇ ਨੇ ਉਹਨਾਂ ਦਾ ਮਨੋਬਲ ਤੋੜਤਾ ਗਿਆ ਜਾਂ ਫਿਰ ਉਹਨਾਂ ਨੂੰ ਨੁਕਸਾਨ ਕਰਤਾ ਗਿਆ। ਇਸੇ ਦੌਰਾਨ 6 ਜੂਨ ਸਵੇਰੇ 11 ਵਜੇ ਦੀ ਘਟਨਾ ਦੱਸੀ ਜਾਂਦੀ ਹੈ ਜਦੋਂ ਕਿ ਤਕਰੀਬਨ 25 ਤੋਂ ਵੱਧ ਜਿਹੜੇ ਖਾੜਕੂ ਹੁੰਦੇ ਨੇ ਉਹ ਇੱਕ ਬਹੁਤ ਤੇਜ਼ੀ ਦੇ ਨਾਲ ਅਕਾਲ ਤਖਤ ਸਾਹਿਬ ਵੱਲੋਂ ਦਰਬਾਰ ਸਾਹਿਬ ਵੱਲ ਭੱਜਣ ਦੀ ਕੋਸ਼ਿਸ਼ ਕਰਦੇ ਨੇ ਜਾਂ ਭੱਜਦੇ ਨੇ ਤੇ ਇਹ ਸਾਰੇ ਖਾੜਕੂਆਂ ਨੂੰ ਭਾਰਤੀ ਫੌਜ ਦੇ ਹੈਵੀ ਜਿਹੜਾ ਗਨ ਫਾਇਰ ਹੈ ਜਾਂ ਗੋਲੀਬਾਰੀ ਹੁੰਦੀ ਹੈ ਉਸ ਦੇ ਵਿੱਚ ਮਾਰ ਮੁਕਾਇਆ ਜਾਂਦਾ ਹੈ। ਕਈ ਐਸੇ ਖਾੜਕੂ ਹੁੰਦੇ ਨੇ ਜੋ ਕਿ ਸਰੋਵਰ ਦੇ ਵਿੱਚ ਵੀ ਛਾਲਾਂ ਮਾਰਦੇ ਨੇ ਲੇਕਿਨ ਉੱਥੇ ਵੀ ਉਹਨਾਂ ਨੂੰ ਗੋਲੀਆਂ ਮਾਰਤੀਆਂ ਜਾਂਦੀਆਂ ਨੇ। ਅਕਾਲ ਤਖਤ ਸਾਹਿਬ ਵੱਲੋਂ ਹੋ ਰਿਹਾ ਗਨ ਫਾਇਰ ਹੈ ਉਹ ਬਹੁਤ ਘੱਟ ਚੁੱਕਾ ਹੁੰਦਾ ਹੈ। ਇਸ ਦੌਰਾਨ ਬਹੁਤ ਸੇ ਜਿਹੜੇ ਲੋਕ ਭੱਜ ਕੇ ਖਾੜਕੂ ਭੱਜ ਕੇ ਗਏ ਹੁੰਦੇ ਨੇ ਦਰਬਾਰ ਸਾਹਿਬ ਦੀ ਬਿਲਡਿੰਗ ਦੇ ਵੱਲ। ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਵੀ ਅਕਾਲ ਤਖਤ ਸਾਹਿਬ ਤੋਂ ਹੁਣ ਦਰਬਾਰ ਸਾਹਿਬ ਪਹੁੰਚਣ ਲੇਕਿਨ ਉਹਨਾਂ ਨੂੰ ਵੀ ਵਿੱਚ ਮਾਰ ਮੁਕਾਇਆ ਗਿਆ ਹੁੰਦਾ ਹੈ। ਇਹ ਇੱਕ ਇਸ਼ਾਰਾ ਵੀ ਹੁੰਦਾ ਹੈ ਵੀ ਕਿਤੇ ਨਾ ਕਿਤੇ ਅੰਦਰ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਹੈ ਤੇ ਹੁਣ ਇੱਕ ਡੈਸਪਰੇਸ਼ਨ ਦੇ ਵਿੱਚ ਇਹ ਸਭ ਕੁਝ ਹੋ ਰਿਹਾ ਹੈ। ਇਸੇ ਦੌਰਾਨ ਇੱਕ ਐਸਾ ਸੇਵਾਦਾਰ ਹੁੰਦਾ ਜੋ ਕਿ ਫੱਟੜ ਹੁੰਦਾ ਤੇ ਉਹ ਕ੍ਰੋਲ ਕਰਦਾ ਹੁੰਦਾ ਰਿੰਗਦਾ ਹੋਇਆ ਅਕਾਲ ਤਖਤ ਸਾਹਿਬ ਦੀ ਜਿਹੜੀ ਬਿਲਡਿੰਗ ਹੈ ਉਸ ਤੋਂ ਬਾਹਰ ਭਾਰਤੀ ਫੌਜ ਵੱਲੋਂ ਕਾਬੂ ਕੀਤਾ ਜਾਂਦਾ ਹੈ। ਉਹ ਪਹਿਲੀ ਅਸੀਂ ਜਾਣਕਾਰੀ ਦਿੰਦਾ ਹੈ ਵੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਹੋਣੇ ਉਹਨਾਂ ਦੀ ਮੌਤ ਹੋ ਚੁੱਕੀ ਹੈ ਇਸ ਹਮਲੇ ਦੇ ਵਿੱਚ ਤੇ ਜਨਰਲ ਸ਼ੁਬੇਗ ਸਿੰਘ ਬੁਰੀ ਤਰ੍ਹਾਂ ਫੱਟੜ ਹੈਗੇ ਨੇ। ਇਸ ਸੇਵਾਦਾਰ ਦੀ ਜਾਣਕਾਰੀ ਤੋਂ ਬਾਅਦ ਕਮਾਂਡੋ ਜਿਹੜੇ ਹੈਗੇ ਨੇ ਭਾਰਤੀ ਫੌਜ ਦੀ ਹੋਰ ਜਿਹੜੇ ਟਰੂਪਸ ਦੇ ਨਾਲ ਇੱਕ ਵਾਰ ਫਿਰ ਅਕਾਲ ਤਖਤ ਸਾਹਿਬ ਦੀ ਬਿਲਡਿੰਗ ਨੂੰ ਸਟੋਰਮ ਕਰਦੇ ਨੇ ਲੇਕਿਨ ਹੁਣ ਉਹਨਾਂ ਨੂੰ ਕੋਈ ਵੀ ਉਸ ਤਰੀਕੇ ਦਾ ਮੁਕਾਬਲਾ ਜਾਂ ਰੈਜ਼ਿਸਟੈਂਸ ਨਹੀਂ ਆਉਂਦੀ ਤੇ ਬਹੁਤ ਸੌਖੇ ਤਰੀਕੇ ਨਾਲ ਅਕਾਲ ਤਖਤ ਸਾਹਿਬ ਦੇ ਵਿੱਚ ਐਂਟਰ ਕਰਦੇ ਨੇ। ਥੋੜਾ ਬਹੁਤ ਰੈਜ਼ਿਸਟੈਂਸ ਜਿਹੜੀ ਹੁੰਦੀ ਹੈ ਉਹ ਲੋਕਾਂ ਨੂੰ ਮਾਰ ਮੁਕਾਇਆ ਜਾਂਦਾ ਹੈ ਲੇਕਿਨ ਬੇਸਮੈਂਟ ਦੇ ਵਿੱਚ ਜਦੋਂ ਇਹ ਸਾਰੇ ਕਮਾਂਡੋਜ਼ ਜਾਂਦੇ ਨੇ ਤਾਂ ਉਸ ਬੇਸਮੈਂਟ ਦੇ ਵਿੱਚ ਤਕਰੀਬਨ 40 ਲਾਸ਼ਾਂ ਜਿਹੜੀਆਂ ਹੈਗੀਆਂ ਨੇ ਪਈਆਂ ਹੁੰਦੀਆਂ ਨੇ ਜਿਨ੍ਹਾਂ ਵਿੱਚੋਂ ਇੱਕ ਲਾਸ਼ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਉਹਨਾਂ ਦੀ ਹੁੰਦੀ ਹੈ। ਸੋ 6 ਜੂਨ ਨੂੰ ਇਹ ਸਥਾਪਿਤ ਹੋ ਜਾਂਦਾ ਹੈ ਦੁਪਹਿਰ ਬਾਅਦ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਹੋਣੀ ਇਸ ਆਪਰੇਸ਼ਨ ਦੇ ਵਿੱਚ ਜਾਂ ਉਸ ਹੈਵੀ ਜਿਹੜਾ ਤੋਪਾਂ ਦੀ ਬੰਬਾਰਡਮੈਂਟ ਹੌਬਿਟਜ਼ਰ ਦੇ ਨਾਲ ਜਿਹੜੀ ਕੀਤੀ ਗਈ ਹੈਗੀ ਹੈ ਜਾਂ ਫਿਰ ਟੈਂਕਾਂ ਦੇ ਜਿਹੜੇ ਗੋਲੇ ਬਰਸਾਏ ਗਏ ਲਗਾਤਾਰ ਅਕਾਲ ਤਖਤ ਸਾਹਿਬ ਦੀ ਬਿਲਡਿੰਗ ਦੇ ਉੱਤੇ ਉਸ ਗਨ ਫਾਇਰ ਦੇ ਵਿੱਚ ਉਸ ਗੋਲੇਬਾਰੀ ਦੇ ਵਿੱਚ ਉਹਨਾਂ ਦੀ ਮੌਤ ਹੋਈ ਹੈ। ਸੋ 6 ਜੂਨ 1984 ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਉਹਨਾਂ ਦੀ ਅਕਾਲ ਤਖਤ ਸਾਹਿਬ ਦੇ ਬੇਸਮੈਂਟ ਦੇ ਵਿੱਚ ਮੌਤ ਹੋ ਚੁੱਕੀ ਹੁੰਦੀ ਹੈ। ਉਹਨਾਂ ਦੀ ਡੈੱਡ ਬੋਡੀ ਜਿਹੜੀ ਹੈਗੀ ਹੈ ਉਹ ਰਿਕਵਰ ਕੀਤੀ ਜਾ ਚੁੱਕੀ ਹੁੰਦੀ ਹੈ ਤੇ ਭਾਰਤ ਦੀ ਫੌਜ ਇਸ ਚੀਜ਼ ਨੂੰ ਹੁਣ ਤੈਅ ਕਰ ਚੁੱਕੀ ਹੁੰਦੀ ਹੈ ਵੀ ਇਹ ਸਾਡੀ ਜਿੱਤ ਹੋ ਚੁੱਕੀ ਹੈ। ਇਸ ਦੌਰਾਨ ਹੋਰ ਪਾਸੇ ਵੀ ਜਿਹੜੇ ਛੁੱਟ-ਫੁੱਟ ਜਿਹੜੀ ਗੋਲੀਆਂ ਚੱਲ ਰਹੀਆਂ ਹੁੰਦੀਆਂ ਨੇ ਉਹ ਆਉਣ ਵਾਲੇ 1-2 ਦਿਨ ਤੱਕ ਕੰਟੀਨਿਊ ਰਹਿੰਦੀਆਂ ਨੇ ਲੇਕਿਨ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਹੋਣਾ ਦੀ ਮੌਤ ਦੀ ਖਬਰ ਇੱਕ ਬਹੁਤ ਵੱਡਾ ਝਟਕਾ ਹੁੰਦਾ ਹੈ, ਸੈਟਬੈਕ ਹੁੰਦਾ ਹੈ ਉਹਨਾਂ तमाम ਖਾੜਕੂਆਂ ਲਈ ਵੀ ਜੋ ਕਿ ਨਾ ਸਿਰਫ ਦਰਬਾਰ ਸਾਹਿਬ ਦੇ ਵਿੱਚ ਲੜਾਈ ਲੜ ਰਹੇ ਹੁੰਦੇ ਨੇ ਬਲਕਿ ਹੋਰ ਪੰਜਾਬ ਦੇ ਗੁਰਦੁਆਰਿਆਂ ਦੇ ਵਿੱਚ ਵੀ ਲੜਾਈਆਂ ਲੜ ਰਹੇ ਹੁੰਦੇ ਨੇ। ਇੱਕ ਬਹੁਤ ਹੀ ਅਹਿਮ ਖਬਰ ਹੁੰਦੀ ਹੈ ਤੇ ਭਾਰਤੀ ਫੌਜ ਦੀ ਇੱਕ ਬਹੁਤ ਵੱਡੀ ਕਾਮਯਾਬੀ ਹੁੰਦੀ ਹੈ ਜੋ ਕਿ ਬਹੁਤ ਨੁਕਸਾਨ ਦੇ ਬਾਅਦ ਉਹਨਾਂ ਨੂੰ ਹਾਸਲ ਹੋਈ ਹੁੰਦੀ ਹੈ। ਇਸ ਤੋਂ ਕੁਝ ਦਿਨ ਬਾਅਦ ਇਸ ਆਪਰੇਸ਼ਨ ਨੂੰ ਰੈਪ ਅਪ ਕਰਤਾ ਜਾਂਦਾ ਹੈ। ਤਕਰੀਬਨ 8 ਜੂਨ ਦੇ ਆਸ-ਪਾਸ ਦਰਬਾਰ ਸਾਹਿਬ ਤੇ ਕੰਪਲੈਕਸ ਨੂੰ ਸਾਰੇ ਖਾੜਕੂਆਂ ਤੋਂ ਮੁਕਤ ਕਰਾ ਲਿਆ ਜਾਂਦਾ ਹੈ ਕਿਉਂਕਿ ਬਹੁਤ ਸੇ ਐਸੇ ਲੋਕ ਸਨ ਜੋ ਕਿ ਇਹ ਖਾੜਕੂ ਸਨ ਜੋ ਕਿ ਆਖਿਰ ਦੇ ਕੁਝ ਦਿਨਾਂ ਦੇ ਵਿੱਚ ਵੀ ਉੱਥੇ ਛੁਪੇ ਰਹੇ ਤੇ ਵਿੱਚ ਉਹ ਸਪੋਰੈਡਿਕ ਗਨ ਫਾਇਰ ਕਰਦੇ ਰਹੇ ਇਸ ਉਮੀਦ ਦੇ ਵਿੱਚ ਵੀ ਸ਼ਾਇਦ ਕੋਈ ਰੀਇਨਫੋਰਸਮੈਂਟ ਜਾਂ ਕਿਤੋਂ ਹੋਰ ਬੈਕਅਪ ਮਿਲੇਗਾ ਲੇਕਿਨ ਇਹ ਸੰਭਵ ਨਹੀਂ ਹੁੰਦਾ। ਆਰਮੀ ਪੂਰੀ ਤਰੀਕੇ ਨਾਲ ਇਸ ਆਪਰੇਸ਼ਨ ਦੇ ਵਿੱਚ ਕਾਮਯਾਬ ਹੋ ਚੁੱਕੀ ਹੁੰਦੀ ਹੈ ਲੇਕਿਨ ਇਹ ਆਪਰੇਸ਼ਨ ਇੱਕ ਐਸਾ ਕਾਲਾ ਧੱਬਾ ਬਣ ਚੁੱਕਾ ਹੁੰਦਾ ਹੈ। ਆਰਮੀ ਦੇ ਆਪਣੇ ਆਪਰੇਸ਼ਨ ਪੱਖੋਂ ਤਕਰੀਬਨ 83 ਜਿਹੜੇ ਕੈਜੁਅਲਟੀਜ਼ ਨੇ ਜਾਂ ਮੌਤਾਂ ਹੈਗੀਆਂ ਨੇ ਉਹ ਆਰਮੀ ਦੇ ਵਿੱਚ ਹੋਈਆਂ ਹੁੰਦੀਆਂ ਨੇ ਤੇ ਜਿਹੜੀ ਸਿਵਿਲੀਅਨ ਕੈਜੁਅਲਟੀਜ਼ ਨੇ ਖਾੜਕੂਆਂ ਦੇ ਪੱਖੋਂ ਜਾਂ ਫਿਰ ਹੋਰ ਸਿਵਿਲੀਅਨਸ ਦੇ ਪੱਖੋਂ ਉਹ ਤਕਰੀਬਨ 765 ਦੱਸੀਆਂ ਜਾਂਦੀਆਂ ਨੇ। ਇਸ ਪੂਰੀ ਫੌਜੀ ਕਾਰਵਾਈ ਦਾ ਇੱਕ ਬਹੁਤ ਵੱਡਾ ਦੁਖਾਂਤ ਹੁੰਦਾ ਹੈ ਵੀ ਇਸ ਦੀ ਸ਼ੁਰੂਆਤ 3 ਜੂਨ ਨੂੰ ਉਸ ਦਿਨ ਕੀਤੀ ਗਈ ਹੁੰਦੀ ਹੈ ਜਦੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਇੱਕ ਬਹੁਤ ਵੱਡਾ ਪਰਵ ਹੁੰਦਾ ਹੈ। ਉਸ ਦੌਰਾਨ ਸੰਗਤਾਂ ਸੈਂਕੜਾਂ ਦੀ ਗਿਣਤੀ ਦੇ ਵਿੱਚ ਦਰਬਾਰ ਸਾਹਿਬ ਆਈਆਂ ਹੁੰਦੀਆਂ ਨੇ ਦੂਰ ਦਰਾਡਿਓਂ। ਕੁਝ ਧਰਮ ਯੁੱਧ ਮੋਰਚੇ ਦੇ ਵਿੱਚ ਜਿਹੜੇ ਲੋਕ ਆਪਣੀ ਗ੍ਰਿਫਤਾਰੀਆਂ ਦੇਣ ਅਕਾਲੀਆਂ ਲਈ ਆਏ ਹੁੰਦੇ ਨੇ ਉਹ ਵੀ ਲੋਕ ਉਸੀ ਕੰਪਲੈਕਸ ਦੇ ਵਿੱਚ ਹੁੰਦੇ ਨੇ ਤੇ ਆਉਣ ਵਾਲੇ ਤਕਰੀਬਨ 4-5 ਦਿਨਾਂ ਵਿੱਚ ਸਾਰੇ ਲੋਕ ਫਸ ਜਾਂਦੇ ਨੇ। ਇਹ ਸਾਰੇ ਲੋਕ ਉਹਨਾਂ ਸਰਾਵਾਂ ਦੇ ਵਿੱਚ ਕਿਤੇ ਨਾ ਕਿਤੇ ਫਸੇ ਹੋਏ ਹੁੰਦੇ ਨੇ ਦਰਬਾਰ ਸਾਹਿਬ ਦੀ ਆਪਣੀ ਕੰਪਲੈਕਸ ਦੀ ਬਿਲਡਿੰਗ ਦੇ ਵਿੱਚ ਵੀ ਤੇ ਵੱਖ-ਵੱਖ ਥਾਵਾਂ ਤੇ ਵੀ। ਤੇ ਜਦੋਂ ਫੌਜ ਤੇ ਇਹਨਾਂ ਖਾੜਕੂਆਂ ਦੇ ਦਰਮਿਆਨ ਲੜਾਈ ਹੋ ਰਹੀ ਹੁੰਦੀ ਹੈ ਤੇ ਇਹ ਲੋਕਾਂ ਨੂੰ ਉੱਥੋਂ ਨਿਕਲਣ ਦੀ ਕੋਈ ਚੇਤਾਵਨੀ ਸਭ ਤੋਂ ਵੱਡੀ ਗੱਲ ਹੈ ਕਦੇ ਵੀ ਕਿਸੇ ਵੀ ਲੈਵਲ ਤੇ ਨਹੀਂ ਦਿੱਤੀ ਗਈ ਹੁੰਦੀ। ਇਹਨਾਂ ਨੂੰ ਦਰਬਾਰ ਸਾਹਿਬ ਕੰਪਲੈਕਸ ਖਾਲੀ ਕਰਨ ਦੀ ਚੇਤਾਵਨੀ ਤੱਕ ਨਹੀਂ ਦਿੱਤੀ ਗਈ ਹੁੰਦੀ। ਬਾਅਦ ਦੇ ਵਿੱਚ ਕਿਵੇਂ ਐਸਟੈਬਲਿਸ਼ ਹੁੰਦਾ ਹੈ ਮੈਂ ਉਹ ਵੀ ਤੁਹਾਨੂੰ ਦੱਸਾਂਗਾ ਲੇਕਿਨ ਇਹ ਗੱਲ ਹੈ ਵੀ ਇਸ ਕ੍ਰਾਸ ਫਾਇਰ ਦੇ ਵਿੱਚ ਬਹੁਤ ਸੇ ਜਿਹੜੇ ਮਾਸੂਮ ਲੋਕ ਹੈਗੇ ਨੇ ਉਹ ਮਾਰੇ ਜਾਂਦੇ ਨੇ। ਤਕਰੀਬਨ ਦੱਸਿਆ ਜਾਂਦਾ ਵੀ 55 ਮਹਿਲਾਵਾਂ ਤੇ 15 ਬੱਚੇ ਵੀ ਉਸ ਪੂਰੀ ਫਾਇਰਿੰਗ ਦੇ ਵਿੱਚ ਮਾਰੇ ਗਏ ਤੇ 50% ਜਿਹੜੇ ਲੋਕ ਉੱਥੇ ਮਾਰੇ ਗਏ ਸਨ ਉਹ ਸ਼ਰਧਾਲੂ ਸਨ ਯਾਨੀ ਕਿ 765 ਦੇ ਵਿੱਚੋਂ 50% ਮਾਰੇ ਗਏ ਜਿਹੜੇ ਲੋਕ ਉਹ ਸ਼ਰਧਾਲੂ ਸਨ। ਬਾਕੀ ਜਿਹੜੇ ਲੋਕ ਸਨ ਉਹ ਜਾਂ ਤਾਂ SGPC ਦੇ ਸੇਵਾਦਾਰ ਜਾਂ ਕੁਝ ਹੋਰ ਜਿਹੜੇ ਪ੍ਰਬੰਧਕ ਲੈਵਲ ਦੇ ਕੰਮ ਕਰਨ ਵਾਲੇ ਮੁਲਾਜ਼ਮ ਹੈਗੇ ਨੇ ਉਹ ਲੋਕ ਵੀ ਉੱਥੇ ਫਸ ਗਏ ਹੁੰਦੇ ਨੇ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਹੁੰਦਾ ਲੇਕਿਨ ਉਹ ਵੀ ਇਸ ਪੂਰੀ ਫੌਜੀ ਕਾਰਵਾਈ ਦੇ ਤਹਿਤ ਮਾਰੇ ਜਾਂਦੇ ਨੇ। ਤੇ ਲੇਕਿਨ ਜਿਹੜੇ ਲੋਕ 450 ਦੇ ਕਰੀਬ ਬਚਦੇ ਨੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਜੋਧਪੁਰ ਦੀ ਜੇਲ੍ਹਾਂ ਵਿੱਚ
ਭਾਰਤੀ ਫੌਜ ਵੱਲੋਂ ਭੇਜਤਾ ਜਾਂਦਾ ਹੈ, ਇਰਰਿਸਪੈਕਟਿਵ ਆਫ ਦਾ ਫੈਕਟ ਵੀ ਉਹਨਾਂ ਦਾ ਕਸੂਰ ਕੀ ਸੀ, ਕਿਉਂਕਿ ਬਹੁਤ ਸੇ ਲੋਕ ਸ਼ਰਧਾਲੂ ਸਨ, ਬਹੁਤ ਸੇ ਲੋਕ ਉੱਥੇ ਫਸੇ ਹੋਏ ਸਨ, ਲੇਕਿਨ ਇਸ ਚੀਜ਼ ਦੇ ਵਿੱਚ ਕੋਈ ਭੇਦ ਨਹੀਂ ਕੀਤਾ ਜਾਂਦਾ ਵੀ ਕੌਣ ਉੱਥੇ ਕਿਸ ਮਕਸਦ ਦੇ ਨਾਲ ਮੌਜੂਦ ਸੀ ਦਰਬਾਰ ਸਾਹਿਬ ਦੇ ਵਿੱਚ। ਤੇ ਪੌਣੇ 400 ਦੇ ਆਸ-ਪਾਸ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਕਿ ਜੋਧਪੁਰ ਜੇਲ੍ਹਾਂ ਵਿੱਚ ਪਾਤਾ ਜਾਂਦਾ ਹੈ। ਆਉਣ ਵਾਲੀ ਜ਼ਿੰਦਗੀ ਦੇ ਤਕਰੀਬਨ 4-4 5-5 ਸਾਲ ਇਹ ਲੋਕ ਜੋਧਪੁਰ ਦੀ ਜੇਲ੍ਹਾਂ ਦੇ ਵਿੱਚ ਹੀ ਸੜਦੇ ਨੇ। ਤਕਰੀਬਨ 100 ਲੋਕ ਇਸ ਦੌਰਾਨ ਜੇਲ੍ਹਾਂ ਦੇ ਵਿੱਚ ਹੀ ਮਾਰੇ ਗਏ, ਜਦੋਂ ਕਿ ਬਾਕੀਆਂ ਨੇ, ਜਦੋਂ ਜੇਲ੍ਹ ਦੇ ਵਿੱਚੋਂ ਇਹਨਾਂ ਨੂੰ 1999 ਤੇ 91 ਦੇ ਵਿੱਚ ਅਲੱਗ-ਅਲੱਗ 3 ਪੜਾਵਾਂ ਦੇ ਤਹਿਤ ਇਹ ਸਾਰੇ ਲੋਕਾਂ ਨੂੰ ਰਿਹਾ ਕੀਤਾ ਗਿਆ। ਤਕਰੀਬਨ 250 ਦੇ ਆਸ-ਪਾਸ ਜਿਹੜੇ ਲੋਕ ਜਿਉਂਦੇ ਬਚੇ ਤੇ ਉਹਨਾਂ ਦੇ ਵਿੱਚੋਂ ਕਈਆਂ ਨੇ ਅਦਾਲਤਾਂ ਦੇ ਵਿੱਚ ਮੁਆਵਜ਼ੇ ਲਈ, ਕੰਪਨਸੇਸ਼ਨ ਲਈ ਕੇਸ ਵੀ ਪਾਏ। ਇਹ ਕੇਸ 2011 ਦੇ ਵਿੱਚ ਖਾਰਜ ਹੋ ਚੁੱਕੇ ਸਨ, ਲੇਕਿਨ 2018 ਦੇ ਵਿੱਚ ਇੱਕ ਫੈਸਲਾ ਡਿਸਟ੍ਰਿਕਟ ਸੈਸ਼ਨ ਜੱਜ ਅੰਮ੍ਰਿਤਸਰ ਦਾ ਆਇਆ ਸੀ, ਜਿਸ ਦੇ ਤਹਿਤ ਕਿ 4-4 ਲੱਖ ਰੁਪਏ ਦਾ ਮੁਆਵਜ਼ਾ ਜਿਹੜਾ ਹੈਗਾ ਇਹ ਸਾਰੇ ਲੋਕਾਂ ਨੂੰ ਸਰਕਾਰ ਵੱਲੋਂ ਦਿੱਤਾ ਜਾਣਾ ਸੀ। ਇਹ ਮੁਆਵਜ਼ੇ ਦੇ ਨਾਲ ਹੀ 6% ਰੇਟ ਆਫ ਇੰਟਰਸਟ ਦੇ ਉੱਤੇ ਕਈ ਕਰੋੜਾਂ ਦੇ ਵਿੱਚ ਜਿਹੜਾ ਮੁਆਵਜ਼ਾ ਕੰਪਨਸੇਸ਼ਨ ਹੈ ਉਸ ਦਾ ਆਰਡਰ ਅੰਮ੍ਰਿਤਸਰ ਦੀ ਅਦਾਲਤ ਨੇ ਸੁਣਾਇਆ ਸੀ। ਇਹ ਆਰਡਰ ਇਸ ਵਾਸਤੇ ਅਹਿਮ ਹੈ ਕਿਉਂਕਿ ਅਦਾਲਤ ਨੇ ਜਦੋਂ ਆਪਣਾ ਫੈਸਲਾ ਸੁਣਾਇਆ ਉਸ ਵਿੱਚ ਇਸ ਚੀਜ਼ ਨੂੰ ਬਾਕਾਇਦਾ ਦਰਜ ਕੀਤਾ ਗਿਆ, ਜਾਂ ਭਾਰਤੀ ਫੌਜ ਜਾਂ ਸਰਕਾਰਾਂ, ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਜੋ ਕਿ ਪਾਰਟੀ ਸਨ ਇਸ ਕੇਸ ਦੇ ਵਿੱਚ, ਮੁਕੱਦਮੇ ਦੇ ਵਿੱਚ, ਉਹ ਇਹ ਕਿਤੇ ਵੀ ਸਥਾਪਿਤ ਨਹੀਂ ਕਰ ਪਾਈਆਂ ਵੀ ਅਸੀਂ ਜਿਹੜੇ ਸ਼ਰਧਾਲੂ ਉੱਥੇ ਮੱਥਾ ਟੇਕਣ ਆਏ ਹੋਏ ਸਨ ਜਾਂ ਜੋ ਬੇਕਸੂਰ ਲੋਕ ਸਨ, ਬੇਦੋਸ਼ੀ ਲੋਕ ਸਨ, ਅਸੀਂ ਉਹਨਾਂ ਨੂੰ ਕਦੋਂ ਇਹ ਚੇਤਾਵਨੀ ਦਿੱਤੀ ਵੀ ਤੁਸੀਂ ਇੱਕ ਫੌਜੀ ਕਾਰਵਾਈ, ਐਡਾ ਵੱਡਾ ਆਪਰੇਸ਼ਨ ਸ਼ੁਰੂ ਹੋ ਰਿਹਾ ਜਿਸ ਦੀ ਕਿ ਕਈ ਮਹੀਨੇ ਪਹਿਲਾਂ ਤੋਂ ਤਿਆਰੀਆਂ ਕੀਤੀਆਂ ਗਈਆਂ ਸਨ, ਤੇ ਇਹਨਾਂ ਸ਼ਰਧਾਲੂਆਂ ਦਾ ਕੀ ਕਸੂਰ ਸੀ ਵੀ ਇਹਨਾਂ ਨੂੰ ਕੁਝ ਘੰਟਿਆਂ ਦਾ ਨੋਟਿਸ ਜਾਂ ਕੁਝ ਮਿੰਟਾਂ ਦਾ ਨੋਟਿਸ ਵੀ ਨਹੀਂ ਦਿੱਤਾ ਗਿਆ ਤੇ ਚੇਤਾਵਨੀਆਂ ਤੱਕ ਨਹੀਂ ਜਾਰੀ ਕੀਤੀਆਂ ਗਈਆਂ ਵੀ ਤੁਸੀਂ ਲੋਕ ਨਿਕਲ ਜਾਓ ਇੱਥੋਂ, ਇਸ ਕੰਪਲੈਕਸ 'ਚੋਂ ਦੂਰ ਹੋ ਜਾਓ। ਸੋ ਕਿਉਂਕਿ ਇਹ ਚੀਜ਼ਾਂ ਸਰਕਾਰਾਂ ਅਦਾਲਤਾਂ ਦੇ ਵਿੱਚ ਸਥਾਪਿਤ ਨਹੀਂ ਕਰ ਪਾਈਆਂ, ਹਾਲਾਂਕਿ ਸਰਕਾਰਾਂ ਦੇ ਦਾਅਵੇ ਨੇ ਵੀ ਅਨਾਉਂਸਮੈਂਟਸ ਕੀਤੀਆਂ ਗਈਆਂ, ਲਾਊਡ ਸਪੀਕਰ 'ਤੇ ਅਨਾਉਂਸਮੈਂਟਸ ਹੋਈਆਂ, ਲੇਕਿਨ ਇਹ ਸਾਰੇ ਦਾਅਵੇ ਬੇਬੁਨਿਆਦ ਨਿਕਲੇ ਕਿਉਂਕਿ ਅੰਮ੍ਰਿਤਸਰ ਦੀ ਜਿਹੜੀ ਡਿਸਟ੍ਰਿਕਟ ਸੈਸ਼ਨਸ ਕੋਰਟ ਸੀ ਉਸਨੇ ਇਹ ਫੈਸਲਾ ਸੁਣਾਇਆ ਕਿ ਕੋਈ ਵੀ ਐਸੀ ਚੇਤਾਵਨੀ, ਕੋਈ ਵੀ ਐਸੀ ਵਾਰਨਿੰਗ ਲੋਕਾਂ ਨੂੰ ਨਹੀਂ ਦਿੱਤੀ ਗਈ ਤੇ ਲੋਕ ਬੇਦੋਸ਼ੇ ਜਿਹੜੇ ਸਨ ਉਹ ਉਸ ਕ੍ਰਾਸ ਫਾਇਰ ਦੇ ਵਿੱਚ ਫਸ ਵੀ ਗਏ। ਕਈ ਲੋਕ ਮਾਰੇ ਗਏ ਤੇ ਕਈ ਲੋਕ ਬਾਅਦ ਦੇ ਵਿੱਚ ਜਿਹੜੇ ਫੜੇ ਗਏ ਉਹਨਾਂ ਨੂੰ ਕਈ ਸਾਲ ਜੇਲ੍ਹਾਂ ਦੇ ਵਿੱਚ ਡੱਕ ਕੇ ਰੱਖਿਆ ਗਿਆ ਤੇ ਉਹਨਾਂ ਨੂੰ ਜਿਹੜੇ ਮੁਆਵਜ਼ੇ ਸਨ, ਤਕਰੀਬਨ 44 ਦੇ ਆਸ-ਪਾਸ ਲੋਕ ਸਨ ਜਿਨ੍ਹਾਂ ਨੇ ਕਿ ਥਲੜੀ ਅਦਾਲਤ ਦੇ ਫੈਸਲੇ ਦੇ ਖਿਲਾਫ ਅੰਮ੍ਰਿਤਸਰ ਦੀ ਡਿਸਟ੍ਰਿਕਟ ਸੈਸ਼ਨਸ ਕੋਰਟ ਦੇ ਵਿੱਚ ਕੇਸ ਕੀਤਾ ਸੀ, ਉਹਨਾਂ ਨੂੰ ਕਾਮਯਾਬੀ ਮਿਲੀ ਤੇ ਕੰਪਨਸੇਸ਼ਨ ਅਨਾਉਂਸ ਹੋਈ। ਹਾਲਾਂਕਿ ਉਹ ਕੰਪਨਸੇਸ਼ਨ ਮਿਲੀ ਜਾਂ ਨਹੀਂ ਮਿਲੀ ਇਸ ਬਾਰੇ ਮੈਨੂੰ ਵੀ ਜਾਣਕਾਰੀ ਨਹੀਂ ਹੈ। ਸੋ ਆਪਰੇਸ਼ਨ ਬਲੂ ਸਟਾਰ ਇੱਕ ਬਹੁਤ ਵੱਡੀ ਕੀਮਤ ਉੱਤੇ ਭਾਰਤੀ ਫੌਜ ਵੱਲੋਂ ਕੰਡਕਟ ਕੀਤਾ ਗਿਆ। ਭਾਰਤੀ ਫੌਜ ਦੇ ਇਤਿਹਾਸ ਵਿੱਚ ਇਸ ਤੋਂ ਮਾੜਾ ਆਪਰੇਸ਼ਨ ਹੋਰ ਕੋਈ ਨਹੀਂ ਹੋ ਸਕਦਾ। ਬਹੁਤ ਵੱਡੀਆਂ ਜੰਗਾਂ ਭਾਰਤੀ ਫੌਜ ਨੇ ਲੜੀਆਂ ਨੇ, ਬਹੁਤ ਫਾਰਮੀਡੇਬਲ ਜਿਹੜੇ ਦੁਸ਼ਮਣ ਉਹਨਾਂ ਦੇ ਸਾਹਮਣੇ ਚੀਨ ਜਾਂ ਪਾਕਿਸਤਾਨ ਵਰਗੇ ਰਹੇ ਨੇ, ਬਹੁਤ ਸੀ ਜੰਗਾਂ ਜਿੱਤੀਆਂ ਵੀ ਨੇ ਤੇ ਬਹੁਤ ਸੀ ਹਾਰੀਆਂ ਵੀ ਨੇ, ਲੇਕਿਨ ਇਹ ਇੱਕ ਐਡਾ ਫੌਜੀ ਆਪਰੇਸ਼ਨ ਸੀ ਜੋ ਕਿ ਆਪਣੀ ਹੀ ਦੇਸ਼ ਦੇ ਵਿੱਚ ਇੱਕ ਗੁਰਧਾਮ ਦੇ ਉੱਤੇ ਕੀਤਾ ਗਿਆ। ਤੇ ਉਸ ਤੋਂ ਪਹਿਲਾਂ ਜਿਹੜਾ ਪੋਲੀਟੀਕਲ ਇੱਕ ਬੈਂਕਰਪਸੀ ਜਾਂ ਦਿਵਾਲੀਆਪਨ ਸੀ ਆਪਣੀ ਨੀਤੀ ਨਿਰਧਾਰਨ ਦਾ ਸਰਕਾਰਾਂ ਦਾ, ਉਹ ਸਾਫ਼ ਤੌਰ ਤੇ ਨਜ਼ਰ ਆਉਂਦਾ ਹੈ। ਇੱਕ ਕਮਿਊਨੀਕੇਸ਼ਨ ਗੈਪ ਸੀ, ਇੱਕ ਟੋਟਲ ਮਿਸਰੀਡਿੰਗ, ਮਿਸਕੈਲਕੂਲੇਸ਼ਨ ਜ਼ਮੀਨ ਤੇ ਜੋ ਹੋ ਰਿਹਾ ਸੀ। ਸਲਾਹਕਾਰ ਜੋ ਇੰਦਰਾ ਗਾਂਧੀ ਨੂੰ ਗਾਈਡ ਕਰ ਰਹੇ ਸਨ, ਇੰਦਰਾ ਗਾਂਧੀ ਕੀ ਜ਼ਿਹਨ ਦੇ ਵਿੱਚ ਸੋਚ ਕੇ ਬੈਠੇ ਸੀ। ਆਪਰੇਸ਼ਨ ਸਨਡਾਊਨ ਉਸ ਨੂੰ ਜ਼ੋਖਿਮ ਭਰਿਆ ਨਜ਼ਰ ਆਇਆ, ਲੇਕਿਨ ਆਪਰੇਸ਼ਨ ਬਲੂ ਸਟਾਰ ਦੇ ਵਿੱਚ ਹੋਣ ਵਾਲੇ ਖੂਨ ਖਰਾਬੇ ਦੀ ਕੋਈ ਵੀ ਕੈਲਕੂਲੇਸ਼ਨ ਜਾਂ ਅਨੁਮਾਨ ਸੀ ਉਹ ਨਹੀਂ ਲਗਾ ਪਾਏ। ਸੋ ਇਹ ਦੁਖਾਂਤ ਹੈ ਉਸ ਵਕਤ ਦੀ ਤਤਕਾਲੀ ਸਰਕਾਰ ਦਾ, ਉਸ ਵਕਤ ਦੀ ਪੋਲੀਟੀਕਲ ਡਿਸਪੈਂਸੇਸ਼ਨ ਦਾ, ਜਿਸਨੇ ਕਿ ਹਾਲਾਤ ਨੂੰ ਐਸੇ ਮਾੜੇ ਪੜਾਅ 'ਤੇ ਲੈ ਕੇ ਖੜਾ ਕਰਤਾ ਜਿੱਥੋਂ ਕਿ ਨਾ ਤਾਂ ਪਿੱਛੇ ਜਾ ਕੇ ਕੁਝ ਹੋ ਸਕਦਾ ਸੀ ਨਾ ਹੀ ਅੱਗੇ ਜਾ ਕੇ। ਤੇ ਜਿਹੜਾ ਫੈਸਲਾ ਜਾਂ ਜਿਹੜਾ ਫਾਈਨਲ ਡਿਸੀਜਨ ਲਿਆ ਗਿਆ ਫੌਜੀ ਹਮਲੇ ਦਾ, ਉਹ ਆਪਣੇ ਆਪ ਵਿੱਚ ਸਭ ਤੋਂ ਘਾਤਕ ਜਿਹੜਾ ਫੈਸਲਾ ਸੀ, ਜਿਸਨੇ ਕਿ ਬੇਸ਼ੱਕ ਫੌਜ ਲਈ ਉਸ ਪੱਧਰ ਤੇ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਇੱਕ ਬਹੁਤ ਹੀ ਸੀਮਿਤ ਜਿੱਤ ਹਾਸਲ ਕਰਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ, ਲੇਕਿਨ ਉਹ ਇੱਕ ਬਹੁਤ ਵੱਡਾ ਦਾਗ ਛੱਡ ਗਿਆ, ਇੱਕ ਕਲੰਕ ਛੱਡ ਗਿਆ ਪੂਰੇ ਦੇਸ਼ ਦੇ ਮੱਥੇ ਉੱਤੇ। ਕਿਉਂਕਿ ਅਸੀਂ ਖਾੜਕੂਆਂ ਨੂੰ, ਅਸੀਂ ਵੱਖਵਾਦੀਆਂ ਨੂੰ, ਅਸੀਂ ਚਰਮਪੰਥੀ ਕਹਿ ਲਈਏ, ਉਹਨਾਂ ਨੂੰ ਐਕਸਟ੍ਰੀਮਿਸਟ ਕਹਿ ਲਈਏ, ਉਹਨਾਂ ਨੂੰ ਜੋ ਮਰਜ਼ੀ ਕਹਿ ਲਈਏ, ਅਸੀਂ ਤਮਾਮ ਉਹਨਾਂ ਦੀ ਜਿਹੜੀ ਸੋਚ ਹੈ, ਵਿਚਾਰਧਾਰਾ ਦੇ ਨਾਲ ਭਿੰਨਤਾ ਰੱਖ ਸਕਦੇ ਹਾਂ, ਮਤਭੇਦ ਰੱਖ ਸਕਦੇ ਹਾਂ, ਲੇਕਿਨ ਕਿਸੇ ਵੀ ਹੱਦ ਤੱਕ ਜਾਂ ਕਿਸੇ ਵੀ ਤਰੀਕੇ ਨਾਲ ਇਸ ਫੌਜੀ ਐਕਸ਼ਨ ਨੂੰ, ਇਸ ਪੱਧਰ ਦੇ, ਇਸ ਸਕੇਲ ਦੇ ਫੌਜੀ ਆਪਰੇਸ਼ਨ ਨੂੰ ਇੱਕ ਐਸੇ ਪਵਿੱਤਰ ਸਥਾਨ ਤੇ ਜਸਟੀਫਾਈ ਨਹੀਂ ਸੀ ਕੀਤਾ ਜਾ ਸਕਦਾ। ਬਹੁਤ ਸੇ ਹੋਰ ਤਰੀਕੇ ਸਨ, ਬਹੁਤ ਸੇ ਹੋਰ ਗੁੰਜਾਇਸ਼ਾਂ ਸਨ ਤੇ ਜਿਵੇਂ ਕਿ ਮੈਂ ਪਿਛਲੇ ਵੀਡੀਓ ਦੇ ਵਿੱਚ ਦੱਸਿਆ ਵੀ ਹੈ, ਬਹੁਤ ਸੇ ਐਸੇ ਮੌਕੇ ਸਨ ਜਿਨ੍ਹਾਂ ਨੂੰ ਬਹੁਤ ਸੌਖੇ ਤਰੀਕੇ ਨਾਲ ਚੁੱਕ ਗਈ ਸਰਕਾਰ। ਸੋ ਆਪਰੇਸ਼ਨ ਬਲੂ ਸਟਾਰ ਭਾਰਤ ਦੀ ਫੌਜ ਦੇ ਇਤਿਹਾਸ ਦੇ ਵਿੱਚ ਵੀ ਇੱਕ ਐਸੇ ਕਾਲੇ ਧੱਬੇ ਦੇ ਰੂਪ ਵਿੱਚ ਦਰਜ ਹੈ, ਜਿਸ ਵਿੱਚ ਕਿ ਬੇਸ਼ੱਕ ਉਹਨਾਂ ਨੂੰ ਇੱਕ ਸੀਮਿਤ ਪੱਧਰ ਤੇ ਇੱਕ ਕੰਪਲੈਕਸ ਦੇ ਵਿੱਚ ਬਹੁਤ ਛੋਟੀ ਜਿੱਤ ਹਾਸਲ ਹੋਈ, ਲੇਕਿਨ ਉਹ ਇੱਕ ਬਹੁਤ ਵੱਡਾ ਸਟ੍ਰੈਟੇਜਿਕ ਫੇਲੀਅਰ ਸੀ। ਤੇ ਜਿੰਨਾ ਨੁਕਸਾਨ ਭਾਰਤੀ ਫੌਜ ਦਾ ਹੋਇਆ ਤੇ ਜਿਸ ਕੌਸ ਦੇ ਉੱਤੇ, ਜਿੰਨੇ ਜਜ਼ਬਾਤਾਂ ਨੂੰ ਵਲੂੰਦਰ ਕੇ ਇਹ ਪੂਰੇ ਆਪਰੇਸ਼ਨ ਨੂੰ ਅੰਜਾਮ ਦਿੱਤਾ ਗਿਆ, ਤੇ ਜਿਸ ਤਰੀਕੇ ਦੇ ਜ਼ਖਮ ਸਿੱਖ ਸਾਈਕੀ ਦੇ ਉੱਤੇ ਹਮੇਸ਼ਾ ਲਈ ਆਪਰੇਸ਼ਨ ਛੱਡ ਗਿਆ, ਉਸ ਤੋਂ ਅੱਜ ਵੀ ਅਸੀਂ ਸ਼ਰਮਿੰਦਾ ਹਾਂ ਤੇ ਸ਼ਰਮਸਾਰ ਹਾਂ। ਕਿਤੇ ਨਾ ਕਿਤੇ ਇਹ ਆਪਰੇਸ਼ਨ ਜੋ ਕਿ ਉਸ ਵਕਤ ਬਹੁਤ ਲੋੜੀਂਦਾ ਮਹਿਸੂਸ ਕੀਤਾ ਗਿਆ, 37 ਸਾਲ ਬੀਤੇ ਜਾਣ ਤੋਂ ਬਾਅਦ ਹਰ ਬੀਤੇ ਸਾਲ ਦੇ ਨਾਲ ਹੋਰ ਤੋਂ ਹੋਰ ਬੇਲੋੜਾ ਸਾਬਤ ਹੁੰਦਾ ਨਜ਼ਰ ਆਉਂਦਾ ਹੈ। ਇਸੀ ਨੋਟ ਦੇ ਉੱਤੇ ਅੱਜ ਦੀ ਇਸ
ਸਪੈਸ਼ਲ ਰਿਪੋਰਟ ਨੂੰ ਵੀ ਮੈਂ ਵਿਰਾਮ ਦਾਂਗਾ ਤੇ ਸਾਡੀ ਪਿਛਲੀ ਸੀਰੀਜ਼ ਨੂੰ ਵੀ ਮੈਂ ਵਿਰਾਮ ਦਾਂਗਾ, ਕਿਉਂਕਿ ਬਹੁਤ ਸੇ ਹੋਰ ਐਸੇ ਮਸਲੇ ਹੈਗੇ ਨੇ, ਹੋਰ ਐਸੀਆਂ ਰਿਪੋਰਟਸ ਨੇ ਜੋ ਕਿ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਮੈਂ ਲੈ ਕੇ ਆਵਾਂਗਾ। ਲੇਕਿਨ ਆਪਰੇਸ਼ਨ ਬਲੂ ਸਟਾਰ ਸਾਕਾ ਨੀਲਾ ਤਾਰਾ ਉੱਤੇ ਸਾਡੀਆਂ ਇਹਨਾਂ ਰਿਪੋਰਟਸ ਦਾ ਸਿਲਸਿਲਾ ਫਿਲਹਾਲ ਇੱਥੇ ਰੁਕਦਾ ਹੈ। ਇਸ ਸਿਲਸਿਲੇ ਨੂੰ ਕੁਝ ਹੋਰ ਕੰਟੈਕਸਟ ਦੇ ਵਿੱਚ ਬਾਅਦ ਦੇ ਵਿੱਚ ਵੀ ਕਦੇ ਛੇੜਾਂਗੇ ਜ਼ਰੂਰ ਜਦੋਂ ਮੌਕਾ ਆਏਗਾ, ਲੇਕਿਨ ਫਿਲਹਾਲ ਇਹ ਸੀਰੀਜ਼ ਇੱਥੋਂ ਤੱਕ ਹੀ ਸੀ। ਆਉਣ ਵਾਲੇ ਹੋਰ ਵੀਡੀਓ ਦੇ ਵਿੱਚ ਕੁਝ ਹੋਰ ਸਮਕਾਲੀ ਮੁੱਦਿਆਂ ਉੱਤੇ ਸਾਡੀ ਰਿਪੋਰਟਸ ਦਾ ਇੰਤਜ਼ਾਰ ਕਰੋ। ਬਹੁਤ ਬਹੁਤ ਧੰਨਵਾਦ।